This is a Red FM Vancouver podcast. Make sure you hit subscribe for more great content. For further info, log on to redfm.ca. ਖਤਰਿਆਂ ਦੇ ਨਾਲ ਖੇਡਣਾ, ਖਤਰਾ ਮੁੱਲ ਲੈਣਾ, ਖਤਰਨਾਕ ਹੋਣਾ ਔਰ ਇਸ ਕਿਸਮ ਦੇ ਜਿਹੜੇ ਸ਼ਬਦ ਅਕਸਰ ਸੁਣਦੇ ਰਹਿੰਦੇ ਆ। ਰਿਸਕ ਟੇਕਿੰਗ ਕੀ ਆ ਔਰ ਸਭ ਕੁਛ ਦਾਅ 'ਤੇ ਲਾ ਕੇ ਕੋਈ ਖਤਰਾ ਐਸਾ ਮੁੱਲ ਲੈ ਲੈਣਾ ਜਿੱਥੇ ਤੁਹਾਡਾ ਸਭ ਕੁਝ ਜਾ ਸਕਦਾ ਹੋਏ। ਲੋਕ ਇਸ ਤਰ੍ਹਾਂ ਕਿਉਂ ਕਰਦੇ ਆ? ਖਤਰਾ ਮੁੱਲ ਕਿਉਂ ਲੈਂਦੇ ਆ? ਖਤਰਾ ਹੈ ਕੀ? ਰਿਸਕ ਟੇਕਿੰਗ ਹੈ ਕੀ? ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਬਿਜ਼ਨਸ ਦੇ ਵਿੱਚ ਖਤਰੇ ਇਹੋ ਜਿਹੇ ਲੈ ਲੈਂਦੇ ਆ, ਇਹੋ ਜਿਹੇ ਮੁੱਲ ਲੈ ਲੈਂਦੇ ਆ ਜਿਹਦੇ 'ਚ ਉਹਨਾਂ ਦਾ ਸਭ ਕੁਝ ਜਾ ਸਕਦਾ ਹੁੰਦਾ। ਲੇਕਿਨ ਕਹਿੰਦੇ ਕਿ ਫਾਈਨੈਂਸ਼ੀਅਲੀ ਕਾਮਯਾਬ ਉਹੀ ਲੋਕ ਹੁੰਦੇ ਜਿਹੜੇ ਖਤਰੇ ਮੁੱਲ ਲੈਂਦੇ ਆ। ਫਿਰ ਕੁਝ ਕੁ ਲੋਕ ਉਹਦੇ 'ਚ ਬਹੁਤ ਸਾਰੇ ਲੌਜੀਕਲ ਰੀਜ਼ਨੇਬਲ ਲੋਕ ਆ ਗਏ। ਉਹ ਕਹਿੰਦੇ ਕਿ ਨਹੀਂ, ਜਿਹੜਾ ਇਹ ਅੰਨੇ ਦੀ ਵਾਹ ਖਤਰਾ ਮੁੱਲ ਨਹੀਂ ਲੈਣਾ, ਕੈਲਕੂਲੇਟਰ ਰਿਸਕ ਲਵਾਂਗੇ, ਹਿਸਾਬ ਕਿਤਾਬ ਕੱਢ ਕੇ ਫਿਰ ਖਤਰਾ ਮੁੱਲ ਲਵਾਂਗੇ। ਉਹ ਦੂਜਾ ਗਰੁੱਪ ਕਹਿੰਦਾ ਕਿ ਇਹ ਫਿਰ ਖਤਰਾ ਕਾਹਦਾ ਹੋਇਆ ਜੇ ਹਿਸਾਬ ਕਿਤਾਬ ਹੀ ਕਰ ਲਿਆ। ਔਰ ਇੱਕ ਤਾਂ ਹੈ ਇਹ ਖਤਰਾ ਬਿਜ਼ਨਸਿਸ ਦੇ ਵਿੱਚ ਜਾਂ ਇਸ ਕਿਸਮ ਦੇ ਖਤਰੇ ਆ। ਦੂਜਾ ਫਿਜ਼ੀਕਲ ਖਤਰਾ, ਜਿਹੜਾ ਆਪਣੇ ਆਪ ਨੂੰ ਡੇਂਜਰ 'ਚ ਪਾ ਲੈਣਾ ਔਰ ਮੱਚਦੀਆਂ ਅੱਗਾਂ 'ਚ ਛਾਲ ਮਾਰ ਦੇਣੀ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਉਸ ਤਰ੍ਹਾਂ ਦਾ ਖਤਰਾ ਮੁੱਲ ਲੈ ਲੈਂਦੇ ਨੇ। ਉਹਦੇ ਵਿੱਚ ਕਹਿੰਦੇ ਆ ਕਿ ਖ਼ਾਸ ਤੌਰ ਦੇ ਉੱਤੇ ਜਿਹੜੇ ਪੁਰਸ਼ ਨੇ, ਮਰਦ ਨੇ, ਉਹਨਾਂ ਦੇ ਵਿੱਚ ਟੈਸਟੋਸਟੈਰੋਨ ਜ਼ਿਆਦਾ ਹੋਣ ਕਰਕੇ ਮੱਚ ਰਹੇ ਘਰ ਦੇ ਵਿੱਚੋਂ ਬੱਚਾ ਕੱਢਣ ਲਈ ਇੱਕਦਮ ਅੱਗ 'ਚ ਛਾਲ ਮਾਰ ਦੇਣੀ ਜਾਂ ਐਡੀ ਉੱਚੀ ਥਾਂ ਤੋਂ ਲਟਕ ਜਾਣਾ। ਈਵਨ ਹੋਰ ਵੀ ਜੰਗਾਂ ਦੇ ਵਿੱਚ ਜਿਹੜੇ ਮੋਰਚੇ 'ਚੋਂ ਨਿਕਲ ਕੇ ਯਕਦਮ ਫਾਇਰਿੰਗ ਕਰਨ ਲੱਗ ਪੈਣਾ। ਹੁਣ ਖਤਰਾ ਮੁੱਲ ਲੈਣ ਵਾਲੇ ਲੋਕ ਕੌਣ ਨੇ? ਖਤਰਾ ਕਿਉਂ ਮੁੱਲ ਲਿਆ ਜਾਂਦਾ? ਮਨੋਵਿਗਿਆਨਕ ਪੱਖ ਕੀ ਹੈ ਇਹਦਾ ਖਤਰੇ ਦਾ? ਪਲਵਿੰਦਰ ਕੌਰ ਗਿੱਲ ਜੀ ਮੇਰੇ ਨਾਲ ਹਨ, ਉਹ ਅੱਜ ਦੱਸਣਗੇ। ਪਲਵਿੰਦਰ ਕੌਰ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਥੈਂਕ ਯੂ ਮਿਸਟਰ ਸੈਨ। ਲੋਕ ਖਤਰਾ ਕਿਉਂ ਮੁੱਲ ਲੈਂਦੇ ਆ? ਰਿਸਕ ਟੇਕਿੰਗ ਹੈ ਕੀ? ਹਾਂਜੀ ਮਿਸਟਰ ਸੈਨ, ਜੇ ਰਿਸਕ ਨੂੰ ਇੱਕ ਤਰੀਕੇ ਨਾਲ ਡਿਸਕ੍ਰਾਈਬ ਕੀਤਾ ਜਾਂਦਾ ਤੇ ਉਹਦਾ ਤਾਂ ਮਤਲਬ ਇਹ ਹੁੰਦਾ ਹੈ ਕਿ ਜਿਹੜੀਆਂ ਬਹੁਤ ਜ਼ਿਆਦਾ ਆਊਟਕਮ ਹੋ ਸਕਣ, ਜਿਹੜੀਆਂ ਬਹੁਤ ਜ਼ਿਆਦਾ ਇੱਕ ਤੋਂ ਵੱਧ ਜ਼ਿਆਦਾ ਆਊਟਕਮ ਨਿਕਲ ਸਕਣ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇੱਕ ਹੁੰਦਾ ਇਮੋਸ਼ਨਲ ਰਿਸਕ, ਇੱਕ ਹੁੰਦਾ ਰੈਸ਼ਨਲ ਰਿਸਕ। ਮੋਸਟ ਆਫ ਦਾ ਟਾਈਮ ਜਿਹੜੇ ਸਾਡੇ ਅਨਹੈਲਥੀ ਰਿਸਕ ਹੁੰਦੇ ਨੇ ਉਹ ਮੋਸਟ ਆਫ ਦਾ ਟਾਈਮ ਸਾਡੀਆਂ ਭਾਵਨਾਵਾਂ ਦੇ ਵਿੱਚੋਂ ਨਿਕਲੇ ਹੋਏ ਡਿਸੀਜ਼ਨਸ ਹੁੰਦੇ ਨੇ। ਸੋ ਫੋਰ ਐਗਜ਼ਾਮਪਲ ਜੇ ਕਿਸੇ ਨੇ ਕਿਹਾ ਕਿ ਡਾਕਟਰ ਨੇ ਕਿਹਾ ਕਿ ਸ਼ਰਾਬ ਨਹੀਂ ਪੀਣੀ, ਤੇ ਸ਼ਰਾਬ ਪੀ ਰਿਹਾ, ਬੇਸਿਕਲੀ ਉਹ ਰਿਸਕ ਲੈ ਰਿਹਾ ਵਾ, ਆਪਦੀ ਸਿਹਤ ਦਾ ਰਿਸਕ ਲੈ ਰਿਹਾ ਵਾ। ਪਰ ਉਹਦੇ ਪਿੱਛੇ ਜਿਹੜੀ ਉਹ ਸ਼ਰਾਬ ਪੀਣ ਦੀ ਭਾਵਨਾਵਾਂ ਕੀ ਆ, ਉਹ ਇੱਕ ਭਾਵਨਾਵਾਂ ਤੋਂ ਇੱਕ ਇਮੋਸ਼ਨਲ ਡਿਸੀਜ਼ਨ, ਇੱਕ ਇਮੋਸ਼ਨਲ ਜਿਹੜਾ ਹੈਗਾ ਰਿਸਕ ਆ, ਉਹ ਇੱਕ ਭਾਵਨਾਵਾਂ ਦੇ ਵਿੱਚੋਂ ਨਿਕਲਿਆ ਵਾ। ਜਿਹੜੀਆਂ ਕਿ ਭਾਵਨਾਵਾਂ ਜਦੋਂ ਅਸੀਂ ਸੈਲਫ ਰੈਗੂਲੇਟ ਪ੍ਰੋਪਰਲੀ ਨਹੀਂ ਕਰ ਸਕਦੇ, ਫਿਰ ਉਹ ਭਾਵਨਾਵਾਂ ਸਾਡੇ ਲਈ ਬੜੇ ਅਨਹੈਲਥੀ ਰਿਸਕ ਬਣ ਜਾਂਦੀਆਂ ਨੇ। ਸੋ ਜਿਹੜੇ ਮਨੁੱਖ ਨੇ, ਹਿਊਮਨ ਬੀਇੰਗਸ ਨੇ, ਇਹ ਖਤਰੇ ਮੁੱਲ ਲੈਣ ਦੇ ਆਦੀ ਨੇ। ਕਿਉਂ ਲੈਂਦੇ ਨੇ ਖਤਰੇ? ਫਿਜ਼ੀਕਲ ਖਤਰੇ ਵੀ ਆ, ਦੂਸਰੇ ਜਿਹੜਾ ਤੁਸੀਂ ਕਹਿੰਦੇ ਹੋ ਇਸ ਕਿਸਮ ਦੇ ਖਤਰਿਆਂ ਦੇ ਨਾਲ ਨਾਲ। ਜੀ ਹਾਂ ਮਿਸਟਰ ਸੈਨ। ਸੋ ਦੇਖੋ, ਜ਼ਿੰਦਗੀ ਖਤਰੇ ਦਾ ਜਿਹੜਾ ਦੂਸਰਾ ਪੱਖ ਹੈ ਨਾ, ਉਹ ਹੈਗਾ ਸੈਲਫ ਗਰੋਥ। ਅਸੀਂ ਗਰੋ ਨਹੀਂ ਕਰ ਸਕਦੇ ਜਿੰਨਾ ਚਿਰ ਅਸੀਂ ਖਤਰੇ ਨਹੀਂ, ਅਸੀਂ ਰਿਸਕ ਨਹੀਂ ਲੈਂਦੇ ਜ਼ਿੰਦਗੀ ਦੇ ਵਿੱਚ। ਸੋ ਇੱਕ ਗਰੋਥ ਜ਼ਿੰਦਗੀ, ਇੱਕ ਗਰੋਥ ਮਾਈਂਡਸੈਟ ਨੂੰ ਬਿਲਡ ਕਰਨ ਵਾਸਤੇ ਸਾਨੂੰ ਜਿਹੜੇ ਰਿਸਕ ਆ ਉਹ ਲੈਣੇ ਪੈਂਦੇ ਆ। ਪਰ ਜਿਹੜੇ ਹੈਲਥੀ ਰਿਸਕ ਹੁੰਦੇ ਆ ਉਹ ਕੈਲਕੂਲੇਟਡ ਤੇ ਰੈਸ਼ਨਲ ਰਿਸਕ ਹੁੰਦੇ ਆ। ਪਰ ਜਿਹੜੇ ਅਨਹੈਲਥੀ ਜਿਹੜੇ ਭਾਵਨਾਵਾਂ ਦੇ ਵਿੱਚੋਂ ਨਿਕਲੇ ਹੋਏ ਰਿਸਕ ਹੁੰਦੇ ਆ, ਉਹ ਮੋਸਟ ਆਫ ਦਾ ਟਾਈਮ ਇੱਕ ਭਾਵਕ ਐਕਸਪੀਰੀਅੰਸ, ਸਾਨੂੰ ਸੈਲਫ ਰੈਗੂਲੇਸ਼ਨ, ਇਮੋਸ਼ਨਲ ਰੈਗੂਲੇਸ਼ਨ ਪ੍ਰੋਪਰਲੀ ਨਹੀਂ ਆਉਂਦੀ ਗੀ। ਸੋ ਰਿਸਕ ਤਾਂ ਫੋਰ ਐਗਜ਼ਾਮਪਲ ਤੁਸੀਂ ਵਿਆਹ ਕਰਾਉਣੇ ਆ, ਰਿਸਕ ਆ। ਤੁਸੀਂ ਪਿਆਰ ਕਰਦੇ ਹੋ, ਰਿਸਕ ਆ। ਅਗਲਾ ਤੁਹਾਨੂੰ 2 ਸਾਲ ਤੱਕ ਤੁਹਾਡਾ ਪਿਆਰ ਪੈ ਜੇ ਤੇ ਉਸ ਤੋਂ ਬਾਅਦ ਤੁਹਾਡਾ ਰਿਸ਼ਤਾ ਬਣੇ ਜਾਂ ਨਾ। ਬੱਚਾ ਹੋਵੇ, ਰਿਸਕ ਆ, ਕਿਉਂਕਿ ਕੱਲ ਨੂੰ ਬੱਚੇ ਨੇ ਕਿੱਦਾਂ ਦਾ ਤੁਹਾਨੂੰ ਸੁੱਖ ਦੁੱਖ ਦੇਣਾ ਹੈ, ਰਿਸਕ। ਸੋ ਹਰ ਥਾਂ ਤੇ ਰਿਸਕ ਆ। ਪਰ ਜਦੋਂ ਅਸੀਂ ਰਿਸਕ ਲੈਂਦੇ ਹਾਂ ਉਦੋਂ ਅਸੀਂ ਇੱਕ ਇੰਟੈਂਸ਼ਨ ਆਪਦੇ ਦਿਮਾਗ ਦੇ ਵਿੱਚ ਬਿਠਾ ਕੇ ਬਣਾਉਣੇ ਕਿ ਮੈਨੂੰ ਇਹਦੀ ਆਊਟਕਮ ਆ ਨਿਕਲੂਗੀ। ਸੋ ਮੋਸਟ ਲੋਕੀ ਕਈ ਲੋਕ ਫੋਰ ਐਗਜ਼ਾਮਪਲ ਜਿਹਨਾਂ ਦਾ ਡਿਵੋਰਸ ਹੋ ਜਾਂਦਾ, ਉਹ ਕਦੇ ਵਿਆਹ ਨਹੀਂ ਕਰਵਾਉਂਦੇ, ਉਹ ਕਦੇ ਰਿਸ਼ਤਿਆਂ 'ਚ ਨਹੀਂ ਜਾਂਦੇ। ਸੋ ਅਸੀਂ ਆਪਣੇ ਪਿਛਲੇ ਐਕਸਪੀਰੀਅੰਸਿਸ ਤੋਂ ਕੀ ਸਿੱਖਿਆ, ਉਹ ਬੜਾ ਮਾਇਨੇ ਰੱਖਦਾ ਸਾਡੀ ਆਉਣ ਵਾਲੀ ਟਾਈਮ ਦੇ ਵਿੱਚ ਰਿਸਕ ਟੇਕਿੰਗ ਦੇ ਵਿੱਚ। ਸੋ ਜੇ ਅਸੀਂ ਆਪਦੇ ਜਿਹੜੇ ਪਿਛਲੇ ਐਕਸਪੀਰੀਅੰਸਿਸ ਆ ਉੱਥੋਂ ਜਿਹੜੀਆਂ ਇਮੋਸ਼ਨਸ ਸਾਡੀਆਂ ਆਈਆਂ ਵਾ, ਜੇ ਅਸੀਂ ਉਹ ਪ੍ਰੋਪਰਲੀ ਰੈਗੂਲੇਟ ਨਹੀਂ ਕੀਤੇ ਤੇ ਸਾਡਾ ਜਿਹੜਾ ਰਿਸਕ ਟੇਕਿੰਗ ਉਹ ਬੜਾ ਅਨਹੈਲਥੀ ਹੋ ਸਕਦਾ ਵਾ। ਅੱਛਾ ਪਲਵਿੰਦਰ ਜੀ, ਇਹ ਵੀ ਦੱਸੋ ਵੀ
ਜਿਹੜੇ ਮੇਲ ਆ, ਮਰਦ ਆ, ਉਹ ਜ਼ਿਆਦਾ ਖਤਰੇ ਲੈਂਦੇ ਆ ਮੁੱਲ, ਜਾਂ ਕਿ ਔਰਤਾਂ ਜ਼ਿਆਦਾ ਰਿਸਕ ਲੈਂਦੀਆਂ? ਦੇਖੋ ਮਿਸਟਰ ਸਿੰਘ, ਇੱਕ ਔਰਤ ਵੀ ਉਹਦੇ ਵੱਖਰੇ ਜਦੋਂ ਅਸੀਂ ਰਿਸਕ ਕਰਦੇ ਤਾਂ ਅਸੀਂ ਸੋਚਦੇ ਹਾਂ ਮੇਬੀ ਇੱਕ ਬਿਜ਼ਨਸ ਵਰਲਡ ਦੇ ਵਿੱਚ, ਇੱਕ ਦੁਨੀਆ ਦੇ ਵਿੱਚ ਵੱਡੀ ਸਾਰੀ ਕੋਈ ਚੀਜ਼ ਕਰ ਦੇਣੀ, ਅਸੀਂ ਉਹਨਾਂ ਨੂੰ ਰਿਸਕ ਮੰਨਦੇ ਹਾਂ। ਪਰ ਰਿਸਕ ਅਸੀਂ ਸਾਰੇ ਰੋਜ਼ ਲੈਂਦੇ ਹਾਂ। ਔਰਤਾਂ ਵੀ ਬਹੁਤ ਤਰ੍ਹਾਂ ਦੇ ਰਿਸਕ ਲੈਂਦੀਆਂ ਵਾ, ਅਸੀਂ ਇਮੋਸ਼ਨਲ ਰਿਸਕ ਵੀ ਲੈਂਦੇ ਹਾਂ। ਸੋ ਇੱਕ ਆਦਮੀ ਦੇ ਜਿਹੜੇ ਫਿਜ਼ੀਕਲ ਰਿਸਕ ਆ ਉਹ ਬਹੁਤ ਜ਼ਿਆਦਾ ਹੁੰਦੇ ਆ, ਇਸ ਕਰਕੇ ਅਸੀਂ ਆਦਮੀ ਨੂੰ ਥੋੜਾ ਉਹ ਬਣਾਇਆ ਹੋਇਆ ਕਿ ਇਹ ਬੜਾ ਸਟਰੋਂਗ ਆ ਐਂਡ ਬਾਹਰ ਜਾ ਕੇ। ਪਿਛਲੇ ਟਾਈਮਾਂ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਔਰਤ ਘਰ ਦੇ ਵਿੱਚ ਰਹਿੰਦੀ ਸੀ ਤੇ ਉਹਦਾ ਜਿਹੜਾ ਮੇਨ ਰੋਲ ਸੀ, ਅੱਜ ਵੀ ਬਹੁਤ ਦੇਸ਼ਾਂ ਦੇ ਵਿੱਚ, 9 ਦੇਸ਼ਾਂ ਦੇ ਵਿੱਚ ਅਜੇ ਔਰਤਾਂ ਦਾ ਰੋਲ ਨਹੀਂ ਬਦਲਿਆ। ਉਹੀ ਰੋਲ ਹੈ ਕਿ ਉਹ ਘਰ ਦੇ ਵਿੱਚ ਬੈਠ ਕੇ ਬੱਚੇ ਪਾਲਦੀਆਂ ਐਂਡ ਇੱਕ ਆਦਮੀ ਬਾਹਰ ਜਾ ਕੇ ਖਾਣਾ ਲੈ ਕੇ ਆਉਂਦਾ, ਰਿਸੋਰਸ ਲੈ ਕੇ ਆਉਂਦਾ। ਸੋ ਓਬਵੀਅਸਲੀ ਜਿਹੜਾ ਇਨਸਾਨ ਬਾਹਰ ਜਾ ਕੇ ਘਰ ਤੋਂ ਬਾਹਰ ਜਾ ਕੇ ਰਿਸੋਰਸ ਲੈਂਦਾ, ਉਹਨੂੰ ਕਾਫੀ ਖਤਰਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ, ਬਿਕਾਜ਼ ਕੋਈ ਸ਼ੇਰ ਆ, ਕੋਈ ਵੀ ਚੀਜ਼ ਆ ਸਕਦੀ ਆ ਜਦੋਂ ਤੁਸੀਂ ਘਰੋਂ ਬਾਹਰ ਜਾਂਦੇ ਆ। ਸੋ ਅਫਕੋਰਸ ਜਿਹੜੀ ਤੁਹਾਡੀ ਸੇਫਟੀ ਆ ਉਹ ਸੇਫ ਹੁੰਦੀ ਆ। ਜਦੋਂ ਲੋਕ ਜੰਗਲਾਂ 'ਚ ਰਹਿੰਦੇ ਸੀ ਉਦੋਂ ਤਾਂ ਸੀ ਸ਼ੇਰ ਦਾ ਖਤਰਾ ਸੀ, ਚਲੋ ਜੰਗਲੀ ਜਾਨਵਰਾਂ ਦੇ ਨਾਲ ਇਸ ਤਰ੍ਹਾਂ ਦਾ ਜੂਝਣਾ। ਲੇਕਿਨ ਅੱਜ ਦੇ ਮਾਡਰਨ ਯੁੱਗ ਦੇ ਵਿੱਚ ਹੁਣ ਜਿਹੜੇ ਲੋਕ ਖਤਰਾ ਮੁੱਲ ਲੈਂਦੇ ਆ ਇਹੋ ਜਿਹਾ, ਕਈ ਤਾਂ ਲੋਕ ਸਮਝਦੇ ਆ ਵੀ ਇਹ ਮੂਰਖਤਾ, ਇਹ ਸਟੂਪਿਡਿਟੀ ਆ ਜਿਹੜਾ ਖਤਰਾ ਮੁੱਲ ਲੈਂਦੇ ਆ। ਉਹ ਕਹਿੰਦੇ ਕਿ ਸਿਆਣੇ ਬੰਦੇ ਖਤਰਾ ਨਹੀਂ ਮੁੱਲ ਲੈਂਦੇ ਹੁੰਦੇ। ਸਿਆਣਪ ਇਸੇ 'ਚ ਹੀ ਹੁੰਦਾ ਕਿ ਕਾਕਾ ਕਦੇ ਵੀ ਖਤਰਾ ਨਹੀਂ ਮੁੱਲ ਲੈਣਾ, ਰਿਸਕ ਨਹੀਂ ਲੈਣਾ ਕਦੇ ਵੀ, ਸੇਫਟੀ ਦੇ ਵਿੱਚ ਹੀ ਕੰਫਰਟ ਆ। ਇਹਦੇ ਬਾਰੇ ਤੁਸੀਂ ਕੀ ਕਮੈਂਟ ਕਰਨਾ ਚਾਹੋਗੇ? ਜੀ ਹਾਂ, ਜਿਵੇਂ ਮਿਸਟਰ ਸਿੰਘ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਜਦੋਂ ਅਸੀਂ ਅਨਹੈਲਥੀ ਰਿਸਕ ਲੈਂਦੇ ਹਾਂ ਤੇ ਲੋਕ ਸਾਨੂੰ ਟਿੱਪਣੀਆਂ ਕਰਦੇ ਆ, ਪਰ ਮੋਸਟ ਆਫ ਦਾ ਟਾਈਮ ਉਹ ਰਿਸਕ ਸਾਡੇ ਇੱਕ ਭਾਵੁਕ ਰਿਸਕ ਹੁੰਦੇ ਆ। ਫੋਰ ਐਗਜ਼ਾਮਪਲ, ਇੱਕ ਆਦਮੀ ਸ਼ਰਾਬ ਪੀ ਰਿਹਾ ਜਾਂ ਨਸ਼ੇ ਕਰ ਰਿਹਾ, ਲੋਕ ਕਹਿ ਰਹੇ ਨੇ ਕਿ ਤੂੰ ਆਪਣੀ ਸਰੀਰ ਦਾ ਰਿਸਕ ਲਿਆ ਵਾ, ਤੂੰ ਖਤਰਾ ਮੁੱਲ ਲਿਆ ਵਾ, ਤੇਰੇ ਸਰੀਰ ਨੂੰ ਤੇਰੀ ਜ਼ਿੰਦਗੀ ਘੱਟ ਸਕਦੀ ਆ। ਪਰ ਉਹ ਫਿਰ ਵੀ ਨਹੀਂ ਹਟਦਾ, ਕਿਉਂਕਿ ਜਿਹੜਾ ਉਹਦਾ ਇਹ ਬਿਹੇਵੀਅਰ ਕਰਨ ਦਾ ਮਕਸਦ ਆ ਉਹ ਇੱਕ ਭਾਵਨਾਵਾਂ ਵਾ। ਐਂਡ ਜਿੰਨਾ ਚਿਰ ਉਹ ਭਾਵਨਾਵਾਂ ਨੂੰ ਆਪਦੇ ਇੱਕ ਕਾਉਂਸਲਿੰਗ ਜਾਂ ਇੱਕ ਮਾਨਸਿਕ ਸਿਹਤ ਉਸ ਭਾਵਨਾਵਾਂ ਨੂੰ ਹੱਲ ਨਹੀਂ ਕਰਦਾ ਗਾ, ਉਹਨਾਂ ਚਿਰ ਕੋਈ ਬਿਹੇਵੀਅਰ ਉਹਦੇ ਲਈ ਰਿਸਕ ਬਣਿਆ ਰਹੂਗਾ। ਸੋ ਜਿਵੇਂ ਫੋਰ ਐਗਜ਼ਾਮਪਲ ਟੀਨਏਜਰ ਜਿਹੜਾ ਉਹਨਾਂ ਦਾ ਰਿਸਕ ਲੈਂਦੇ, ਉਹ ਡਰਾਈਵ ਫਾਸਟ ਕਰਦੇ ਆ, ਰੇਸ ਲਾਉਂਦੇ ਆ, ਹਾਈ ਸਪੀਡ ਤੇ ਗੱਡੀ ਚਲਾਉਂਦੇ ਆ, ਬਿਕਾਜ਼ ਉਹ ਆਪਦੇ ਅੰਦਰ ਜਿਹੜੀ ਉਹ ਇੱਕ ਭਾਵਨਾਵਾਂ ਤੋਂ ਨਿਕਲੇ ਐਕਸਪੀਰੀਅੰਸ ਬਿਹੇਵੀਅਰ ਹੁੰਦੇ ਆ, ਭਾਵਨਾਵਾਂ ਤੋਂ ਨਿਕਲੇ ਬਿਹੇਵੀਅਰ ਹੁੰਦੇ ਆ ਕਿ ਅਸੀਂ ਆਪਦੇ ਆਪ 'ਚ ਜਿਹੜੇ ਥ੍ਰਿਲ ਸੀਕਿੰਗ ਐਕਸਪੀਰੀਅੰਸ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ, ਜਿਹੜੇ ਕਿ ਟੀਨੇਜ ਜਦੋਂ ਤੁਸੀਂ ਗੱਡੀ ਤੇਜ਼ ਚਲਾਉਂਦੇ ਆ, ਜਦੋਂ ਤੁਸੀਂ ਰੇਸ ਲਾਉਂਦੇ ਹੋ, ਤੁਹਾਨੂੰ ਥੋੜ੍ਹੇ ਅੰਦਰ ਤੁਹਾਡੀ ਡੋਪਾਮਾਈਨ ਜਿਹੜਾ ਇੱਕ ਕੈਮੀਕਲ ਆ, ਜਦੋਂ ਤੁਸੀਂ ਕੋਈ ਗੋਲ ਅਚੀਵ ਕਰਦੇ ਆ ਉਹ ਰਿਲੀਜ਼ ਹੁੰਦਾ, ਪਰ ਉਹ ਅਨਹੈਲਥੀ ਤਰੀਕੇ ਨਾਲ ਰਿਲੀਜ਼ ਹੁੰਦਾ ਵਾ। ਅੱਛਾ, ਇਹ ਵੀ ਕੋਈ ਗੱਲ ਆ ਵੀ ਕਈ ਲੋਕ ਜਮਾਂਦਰੂ ਹੀ ਰਿਸਕ ਟੇਕਰ ਹੁੰਦੇ? ਦੇਖੋ, ਜਮਾਂਦਰੂ ਹਜੇ ਤਾਂ ਬਹੁਤ ਵੱਡੀ ਡਿਬੇਟ ਆ ਮਿਸਟਰ ਸਿੰਘ, ਨੇਚਰ ਵਰਸਸ ਨਰਚਰ। ਪਰ ਸਾਡੇ ਘਰ ਦੇ ਵਿੱਚ ਲੋਕ ਕਿੱਦਾਂ ਦੇ ਰਿਸਕ ਲੈਂਦੇ ਸੀ। ਫੋਰ ਐਗਜ਼ਾਮਪਲ ਕਈ ਵਾਰ ਇੱਕ ਮੇਰੇ ਕੋਲ ਕਲਾਇੰਟ ਆਇਆ, ਉਹ ਕਹਿੰਦਾ ਮੇਰਾ ਬੱਚਾ ਬੜਾ ਫਾਸਟ ਡਰਾਈਵ ਕਰਦਾ, ਤੇ ਅਸੀਂ ਦੇਖਿਆ ਵੀ ਤੁਸੀਂ ਕਿਵੇਂ ਡਰਾਈਵ ਕਰਦੇ ਸੀ, ਤੁਹਾਡਾ ਸੋ ਜੇ ਤੁਹਾਡੇ ਬੱਚੇ ਡਰਾਈਵਿੰਗ ਦੇ ਤੌਰ ਤੇ ਤੁਹਾਨੂੰ ਰਿਸਕ ਲੈਂਦੇ ਦੇਖਦੇ ਆ ਐਂਡ ਅਨਹੈਲਥੀ ਰਿਸਕ ਲੈਂਦੇ ਦੇਖਦੇ ਆ, ਸੁਭਾਵਿਕ ਜੀ ਚੀਜ਼ ਹੈ ਕਿ ਉਹ ਬੱਚੇ ਆਪਦੀ ਲਾਈਫ ਦੇ ਵਿੱਚ ਵੀ ਉਹ ਅਨਹੈਲਥੀ ਰਿਸਕ ਟੇਕਿੰਗ ਅਪਣਾ ਲੈਂਦੇ ਆ, ਅਨਹੈਲਥੀ ਰਿਸਕ ਅਡੈਪਟ ਕਰ ਲੈਂਦੇ ਜਿਹੇ ਕਲਚਰ ਦੇ ਵਿੱਚ ਅਸੀਂ ਰਹਿੰਦੇ ਹਾਂ। ਸੋ ਹਜੇ ਉਹ ਡਿਬੇਟ ਹੈ ਕਿ ਉਹ ਜੈਨੇਟਿਕ ਜਾਂ ਇੱਦਾਂ, ਪਰ ਹਜੇ ਬਹੁਤ ਜ਼ਿਆਦਾ ਇਨਫਲੂਐਂਸ ਉਸ ਚ ਰਿਹਾ ਕਿ ਇਨਵਾਇਰਮੈਂਟ ਦਾ ਪੈਂਦਾ। ਜਿਸ ਅਡਲਟ ਦੇ ਨਾਲ, ਜਿਹੜੇ ਲੋਕਾਂ ਦੇ ਨਾਲ ਅਸੀਂ ਬੜੇ ਹੁੰਦੇ ਆ, ਉਹ ਰਿਸਕ ਕਿਵੇਂ ਲੈਂਦੇ ਆ, ਉਹ ਕਿੱਦਾਂ ਦੀ ਰਿਸਕ ਟੇਕਿੰਗ ਕਰਦੇ, ਉਹ ਹੈਲਥੀ ਰਿਸਕ ਟੇਕਿੰਗ ਕਰਦੇ ਜਾਂ ਅਨਹੈਲਥੀ ਰਿਸਕ ਟੇਕਿੰਗ ਕਰਦੇ ਆ। ਉਹਨਾਂ ਦੇ ਜਿਹੜੇ ਡਿਸੀਜ਼ਨ ਮੇਕਿੰਗ ਆ ਉਹ ਇਮੋਸ਼ਨਲ ਰਿਸਕ ਲੈਂਦੇ ਆ ਜਾਂ ਉਹ ਇੱਕ ਰੈਸ਼ਨਲ ਰਿਸਕ ਲੈਂਦੇ ਆ। ਤੇ ਦੂਸਰਾ ਇਹ ਵੀ ਹੈ ਵੀ ਕੁਛ ਲੋਕ ਜਿਹੜੇ ਆ ਉਹ ਖਤਰਾ ਮੁੱਲ ਲੈਣ ਤੋਂ ਡਰਦੇ ਰਹਿੰਦੇ ਆ। ਜਿਹੜੇ ਡਰਦੇ ਆ ਖਤਰਾ ਲੈਣ ਤੋਂ, ਕਿਸੇ ਵੀ ਕਿਸਮ ਦਾ ਕੋਈ ਰਿਸਕ ਨਹੀਂ ਲੈਣਾ, ਨਾ ਬਿਜ਼ਨਸ 'ਚ, ਨਾ ਫਾਈਨੈਂਸ 'ਚ, ਨਾ ਫਿਜ਼ੀਕਲ। ਉਹ ਤਾਂ ਕਾਰ ਵੀ ਨਹੀਂ ਤੇਜ਼ ਚਲਾਉਂਦੇ। ਮੈਂ ਕਈਆਂ ਨੂੰ ਜਾਣਦਾ, ਉਹ ਕਹਿੰਦੇ ਨੇ ਮੋਟਰਸਾਈਕਲ 'ਤੇ ਤੇਰੇ ਨਾਲ ਨਹੀਂ ਬੈਠਣਾ, ਰਿਸਕ ਬਹੁਤ ਆ। ਇਹ ਕੌਣ ਗਰੁੱਪ ਹੈ? ਇਹਨਾਂ ਦੀ ਪਰਵਰਿਸ਼ ਦੇ ਵਿੱਚ ਪ੍ਰੋਬਲਮ ਆ ਜਾਂ ਕਿ ਇਹ ਕੁਦਰਤੀ ਤੌਰ 'ਤੇ ਨੇ ਇਸ ਤਰ੍ਹਾਂ ਦੇ ਲੋਕ? ਹਾਂਜੀ ਮਿਸਟਰ ਸੈਂਸ, ਤੋਂ ਕਈ ਚੀਜ਼ਾਂ ਦੇ ਵਿੱਚ ਜਿਵੇਂ ਕਿ ਕਿਹਾ ਕਿ ਅਸੀਂ ਰੋਜ਼ ਇੱਕ ਰਿਸਕ ਲੈਂਦੇ ਹਾਂ। ਜ਼ਿੰਦਗੀ ਹੈ ਇੱਕ ਰਿਸਕ ਆ। ਤੁਸੀਂ ਕਾਰ ਤੇ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਜਦੋਂ ਜਿਹੜੀ ਲਾਈਫ ਉਹ ਰਿਸਕ ਆ, ਬਿਕਾਜ਼ ਉਹ ਕਿਤੇ ਵੀ ਐਂਡ ਹੋ ਸਕਦੀ, ਕਦੇ ਵੀ ਕਿਸੇ ਦੀ ਵੀ ਐਂਡ ਹੋ ਸਕਦੀ। ਅਸੀਂ ਘਰ ਦੇ ਵਿੱਚ ਬੈਠੇ ਹਾਂ, ਘਰ ਦੇ ਵਿੱਚ ਸਾਨੂੰ ਵੀ ਕੋਈ ਚੀਜ਼ ਸਾਨੂੰ ਡੰਗ ਮਾਰ ਸਕਦੀ, ਸਾਡੇ ਕੁਝ ਘਰ ਨੂੰ ਕੁਝ ਹੋ ਸਕਦਾ ਵਾ। ਸੋ ਇੱਦਾਂ ਦੇ ਜਿਹੜੇ ਰਿਸਕ ਆ, ਇਹ ਸ਼ਾਇਦ ਅਸੀਂ ਇਹਨਾਂ ਬਾਰੇ ਸੋਚਦੇ ਨਹੀਂ, ਪਰ ਹੈ, ਹਰ ਵੇਲੇ ਰਿਸਕ ਹੈ। ਸੋ ਜਿਹੜੇ ਗਰੁੱਪ ਦੀ ਤੁਸੀਂ ਗੱਲ ਕਰ ਰਹੇ ਹੋ, ਮੋਸਟ ਲੋਕੀ ਜਿਹੜੇ ਰਿਸਕ ਨੂੰ ਟੋਲਰੇਟ ਨਹੀਂ ਕਰ ਸਕਦੇ, ਕਿਉਂਕਿ ਰਿਸਕ ਦੇ ਵਿੱਚ ਬੜੀ ਅਨਸਰਟਨਟੀ ਆ।
ਕਿਉਂਕਿ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੀ ਆਊਟਕਮ ਉਹਦੇ ਵਿੱਚੋਂ ਕੀ ਨਿਕਲੂਗੀ। ਸੋ ਫੋਰ ਐਗਜ਼ਾਮਪਲ ਜਿਹੜੀ ਕੋਵਿਡ ਸਿਚੁਏਸ਼ਨ ਜਾ ਰਹੀ ਹੈ, ਇਹ ਬੜੀ ਰਿਸਕੀ ਸਿਚੁਏਸ਼ਨ ਹੈ, ਬਿਕਾਜ਼ ਇਹ ਰਿਸਕ ਆ ਕਿ ਜਿਹੜੀਆਂ ਸਾਡੀਆਂ ਪਹਿਲੀਆਂ ਜੌਬ ਸੀ, ਜਿਹੜੀ ਸਾਡੀ ਪਹਿਲੀ ਲਾਈਫ ਸੀ, ਉਹ ਤੋਂ ਬਿਨਾਂ ਸਾਨੂੰ ਹੁਣ ਅਸੀਂ ਇੱਕ ਖਾਲੀਪਨ ਚ ਆ ਗਏ। ਸਾਨੂੰ ਇਹ ਨਹੀਂ ਪਤਾ ਵੀ ਇਹ ਬੜਾ ਵੱਡਾ ਰਿਸਕ ਆ, ਬਿਕਾਜ਼ ਜਿਹੜੀ ਪਹਿਲਾਂ ਅਸੀਂ ਚੀਜ਼ਾਂ ਕਰਦੇ ਸੀ ਉਹ ਸਾਡੇ ਤੋਂ ਲੈ ਗਈਆਂ, ਤੇ ਹੁਣ ਸਾਨੂੰ ਇਹ ਨਹੀਂ ਪਤਾ ਕਿ ਇਹਨੂੰ ਅਕੋਮੋਡੇਟ ਕਿਵੇਂ ਕਰਨਾ। ਸੋ ਇਹ ਬੜਾ ਵੱਡਾ ਰਿਸਕ ਆ। ਅੱਛਾ ਬਲਵਿੰਦਰ ਜੀ, ਇਹ ਜ਼ਰੂਰ ਦੱਸੋ ਵੀ ਜਿਹੜੇ ਰਿਸਕ ਟੇਕਿੰਗ ਆ, ਇਹ ਲੱਗਦਾ ਨਹੀਂ ਕਿ ਤੁਸੀਂ ਆਪਣੀ ਚੋਇਸ ਬਣਾ ਰਹੇ ਹੋ, ਕੋਈ ਨਾ ਕੋਈ ਚੀਜ਼ ਤੁਸੀਂ ਕੋਈ ਚੋਣ ਕਰ ਰਹੇ ਹੋ, ਜਿਹੜਾ ਚੋਇਸ ਮੇਕਿੰਗ ਦਾ ਪ੍ਰੋਸੈਸ ਹੈ ਉਹਦਾ ਹੀ ਫੈਂਸੀਅਰ ਨਾ ਤਾਂ ਨਹੀਂ ਕਿਤੇ ਰਿਸਕ? ਦੇਖੋ ਮਿਸਟਰ ਟੈਨ, ਜਿਵੇਂ ਤੁਸੀਂ ਪਹਿਲਾਂ ਵੀ ਇੱਕ ਜਿਹੜਾ ਕੁਐਸਚਨ ਪੁੱਛਿਆ ਸੀਗਾ ਕਿ ਜਿਹੜੀ ਰਿਸਕ ਅਸੀਂ ਉੱਥੇ ਨਹੀਂ ਲੈ ਸਕਦੇ ਜਿੱਥੇ ਥਾਂ ਤੇ ਅਸੀਂ ਡਰਦੇ ਹਾਂ, ਉੱਥੇ ਸਾਨੂੰ ਰਿਸਕ। ਸੋ ਫੋਰ ਐਗਜ਼ਾਮਪਲ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਲੋਕ ਕਈ ਵਾਰ ਮੋਟਰਸਾਈਕਲ ਦੇ ਪਿੱਛੇ ਨਹੀਂ ਬਹਿੰਦੇ ਕਿ ਉਹ ਬੜਾ ਤੇਜ਼ ਆ, ਸੋ ਜਿੱਥੇ ਸਾਡਾ ਡਰ ਆ ਉੱਥੇ ਸਾਨੂੰ ਰਿਸਕ ਲੈਣਾ ਬੜਾ ਔਖਾ ਲੱਗਦਾ। ਸੋ ਕਈ ਲੋਕਾਂ ਦਾ ਇਹ ਡਰ ਰਿਸ਼ਤਿਆਂ ਦੇ ਵਿੱਚ ਹੁੰਦਾ, ਉਹ ਰਿਸ਼ਤਿਆਂ 'ਚ ਨਹੀਂ ਲੈ ਸਕਦੇ। ਕਈ ਲੋਕਾਂ ਦਾ ਡਰ ਇਹ ਡਰਾਈਵਿੰਗ 'ਚ ਹੁੰਦਾ, ਉਹ ਡਰਾਈਵਿੰਗ ਨੂੰ ਰਿਸਕ ਨਹੀਂ ਲੈ ਸਕਦੇ। ਕਈ ਲੋਕਾਂ ਦਾ ਇਹ ਡਰ ਫਾਈਨੈਂਸ਼ੀਅਲ ਹੁੰਦਾ। ਸੋ ਜ਼ਰੂਰੀ ਨਹੀਂ ਕਿ ਜਿਹੜੇ ਇਨਸਾਨ ਦਾ ਡਰ ਰਿਸ਼ਤਿਆਂ 'ਚ ਹੋਵੇ, ਹੋ ਸਕਦਾ ਫਾਈਨੈਂਸ਼ੀਅਲ ਦੇ ਵਿੱਚ ਉਹ ਬੜਾ ਸਿਕਿਉਰ ਹੋਵੇ ਤੇ ਬੜੇ ਵੱਡੇ ਰਿਸਕ ਲੈਂਦਾ ਹੋਵੇ। ਸੋ ਜਿਹੜੇ ਫੋਰ ਐਗਜ਼ਾਮਪਲ ਜਿਹੜੇ ਲੋਕ ਡਰਾਈਵਿੰਗ ਦੇ ਵਿੱਚ ਬੜੇ ਸਿਕਿਉਰ ਹੋਣ ਤੇ ਉੱਥੇ ਉਹਨਾਂ ਨੂੰ ਡਰ ਨਾ ਲੱਗਦਾ ਹੋਵੇ ਤੇ ਉੱਥੇ ਉਹ ਬੜੇ ਵੱਡੇ ਰਿਸਕ ਲੈ ਲੈਂਦੇ, ਬੜੇ ਵੱਡੀਆਂ ਥਾਵਾਂ ਐਕਸਪਲੋਰ ਕਰ ਦਿੰਦੇ ਡਰਾਈਵਿੰਗ ਕਰਕੇ। ਐਂਡ ਹੋ ਸਕਦਾ ਉਹ ਰਿਸ਼ਤਿਆਂ ਦੇ ਵਿੱਚ ਰਿਸਕ ਨਾ ਲੈਂਦੇ ਹੋਣ। ਸੋ ਰਿਸਕ ਅਸੀਂ ਉੱਥੇ ਲੈ ਸਕਦੇ ਹਾਂ ਜਿੱਥੇ ਸਾਨੂੰ ਡਰ, ਜਿੱਥੇ ਅਸੀਂ ਸਿਕਿਉਰ ਮਹਿਸੂਸ ਕਰਦੇ, ਜਿੱਥੇ ਸਾਨੂੰ ਲੱਗਦਾ ਕਿ ਇਹ ਪਾਰਟ ਦੇ ਵਿੱਚ ਅਸੀਂ ਸਿਕਿਉਰ ਮਹਿਸੂਸ ਕਰਦੇ ਹਾਂ। ਸੋ ਸਾਡੀ ਬਚਪਨ ਦੇ ਵਿੱਚ, ਸਾਡੇ ਵੱਡੇ ਹੋਣ ਦੇ ਵਿੱਚ, ਸਾਡੇ ਨਹੀਂ, ਮੈਂ ਤਾਂ ਸਮਝਦਾ ਰਿਸਕ ਤਾਂ ਉਹੀ ਆ ਨਾ ਜਿੱਥੇ ਤੁਸੀਂ ਸਿਕਿਉਰ ਨਹੀਂ ਮਹਿਸੂਸ ਕਰਦੇ। ਜਿਹੜੀ ਚੀਜ਼ ਸਿਕਿਉਰ ਨਹੀਂ ਹੈ, ਜਿੱਥੇ ਸਿਕਿਉਰਿਟੀ ਹੈਗੀ ਆ, ਉਹ ਰਿਸਕ ਕਿੱਥੇ ਹੋਇਆ? ਸਿਕਿਉਰ ਵੀ ਹੋਣਾ ਤੇ ਰਿਸਕ ਵੀ ਹੋਣਾ, ਦੋਨੇ ਚੀਜ਼ਾਂ ਇਕੱਠੀਆਂ ਤਾਂ ਹੋ ਨਹੀਂ ਸਕਦੀਆਂ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਹੜੇ ਵੀ ਲੋਕ ਆਪਣੀ ਚੋਇਸਿਸ ਬਣਾਉਂਦੇ ਆ, ਉਹ ਚੋਇਸਿਸ ਨੂੰ ਰਿਸਕ ਕਹੀ ਜਾਂਦੇ ਆ। ਦਰਅਸਲ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਲਈ ਕੁਛ ਨਾ ਕੁਛ ਚੋਣ ਕਰਨੀ ਹੁੰਦੀ ਹੈ। ਉਹਨਾਂ ਕੋਲੇ 1 2 3 4 ਚੋਇਸਿਸ ਨੇ, ਇੱਕ ਚੋਇਸ ਉਹਨਾਂ ਨੇ ਕਰ ਲਈ ਕਿਸੇ ਚੀਜ਼ ਦੀ, ਔਰ ਉਹ ਚੋਇਸ ਜਿਹੜੀ ਆ ਉਹ ਰਿਸਕ ਥੋੜੀ ਹੋਈ। ਹਾਂਜੀ, ਦੇਖੋ ਮਿਸਟਰ ਕਿੰਗ, ਹਰ ਰਿਸਕ ਦੇ ਨਾਲ, ਜਿਵੇਂ ਤੁਸੀਂ ਕਿਹਾ, ਇੱਕ ਫੀਅਰ ਹੁੰਦਾ ਹਰ ਰਿਸਕ ਦੇ ਨਾਲ। ਕਈ ਲੋਕ ਫੀਅਰ ਐਂਡ ਹਰ ਵੇਰੀ ਐਂਡ ਉਹਦੇ ਜਦੋਂ ਤੁਸੀਂ ਉਸ ਰਿਸਕ ਨੂੰ ਪਾਰ ਕਰ ਜਾਂਦੇ ਤੇ ਤੁਹਾਡੇ 'ਚ ਕਰੇਜ ਡਿਵੈਲਪ ਹੁੰਦੀ ਆ ਤੇ ਤੁਹਾਡੇ 'ਚ ਹਿੰਮਤ ਆਉਂਦੀ ਆ। ਸੋ ਹਿੰਮਤ ਐਜ਼ ਅ ਰਿਜ਼ਲਟ ਆ। ਸੋ ਜਦੋਂ ਵੀ ਤੁਸੀਂ ਕੋਈ ਵੀ ਰਿਸਕ ਲੈਂਦੇ ਹੋ, ਚਾਹੇ ਤੁਸੀਂ ਉਹਦੇ ਵਿੱਚ ਸਿਕਿਉਰ ਵੀ ਹੋ ਗਏ ਹੋ, ਹਰ ਰਿਸਕ ਦੇ ਨਾਲ ਇੱਕ ਫੀਅਰ ਚੱਲਦਾ, ਹਰ ਇੱਕ ਰਿਸਕ ਦੇ ਨਾਲ ਇੱਕ ਡਰ ਚੱਲਦਾ। ਕਈ ਲੋਕ ਉਸ ਡਰ ਨੂੰ ਪਾਰ ਕਰ ਲੈਂਦੇ ਨੇ, ਕਈ ਲੋਕ ਡਰਦੇ ਇੱਧਰਲੇ ਪਾਸੇ ਹੀ ਰਹਿੰਦੇ ਨੇ। ਫੀਅਰ ਵੱਖਰਾ ਇਸ਼ੂ ਆ। ਮੈਂ ਸਮਝਦਾ ਵੀ ਜਿਹੜੇ ਲੋਕ ਖਤਰਾ ਸੱਚੀ ਮੁੱਚੀ ਮੁੱਲ ਲੈ ਲੈਂਦੇ ਆ, ਇੱਕ ਵਾਰੀ ਖਤਰਾ ਮੁੱਲ ਲੈ ਲਿਆ ਤੁਸੀਂ, ਔਰ ਉਹਦੇ 'ਚ ਤੁਸੀਂ ਘਾਟਾ ਖਾ ਗਏ ਜਾਂ ਸੱਟ ਖਾ ਗਏ ਜਾਂ ਤੁਹਾਨੂੰ ਨੁਕਸਾਨ ਪਹੁੰਚ ਗਿਆ ਕਿਸੇ ਨਾ ਕਿਸੇ ਤਰੀਕੇ ਨਾਲ, ਸਰੀਰਕ ਤੌਰ 'ਤੇ ਨੁਕਸਾਨ ਪਹੁੰਚ ਗਿਆ ਕਿਉਂਕਿ ਖਤਰਾ ਮੁੱਲ ਲਿਆ ਸੀ। ਪਰ ਯਕੀਨ ਕਰਨਾ, ਉਹੀ ਲੋਕ ਮੈਂ ਵੇਖਿਆ ਫਿਰ ਖਤਰਾ ਮੁੱਲ ਲੈਂਦੇ ਆ। ਉਹੀ ਲੋਕ ਫਿਰ ਉਸੇ ਤਰ੍ਹਾਂ ਦਾ ਹੀ ਖਤਰਾ ਜਾਂ ਉਸ ਤੋਂ ਵੀ ਵੱਡਾ ਖਤਰਾ, ਉਸ ਤੋਂ ਵੀ ਵੱਡਾ ਰਿਸਕ ਲੈਣ ਨੂੰ ਤਿਆਰ ਬੈਠੇ ਹੁੰਦੇ ਆ ਔਰ ਲੈ ਲੈਂਦੇ ਆ, ਜਿਹੜੇ ਕਿ ਪਹਿਲਾਂ ਉਹ ਖਤਰੇ ਦੇ ਵਿੱਚੋਂ ਧੋਖਾ ਖਾ ਚੁੱਕੇ ਹੁੰਦੇ ਆ। ਇਹ ਪੈਟਰਨ ਆ ਕੋਈ? ਦੇਖੋ ਮਿਸਟਰ ਕਿੰਗ, ਇਹਦੇ ਵਿੱਚ ਵੀ ਇੱਕ ਹੈਲਥੀ ਹੈ ਐਂਡ ਇੱਕ ਅਨਹੈਲਥੀ ਹੈ। ਮੋਸਟ ਆਫ ਦਾ ਜਿਹੜੇ ਬੜੇ ਸਕਸੈਸਫੁਲ ਬਿਜ਼ਨਸ ਆ, ਉਹ ਪਹਿਲੀ ਵਾਰ 'ਚ ਸਕਸੈਸਫੁਲ ਨਹੀਂ ਸੀ ਹੋ ਗਏ। ਉਹਨਾਂ ਨੂੰ ਕਾਫੀ ਖਤਰੇ, ਉਹਨਾਂ ਨੂੰ ਕਾਫੀ ਰਿਸਕ ਲੈਣੇ ਪਏ ਸੀ। ਸੋ ਉਵੇਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਸਾਡੇ ਪਾਸਟ ਐਕਸਪੀਰੀਅੰਸ ਤੋਂ ਅਸੀਂ ਕੀ ਸਿੱਖਿਆ। ਸੋ ਜਿਹੜੇ ਫੋਰ ਐਗਜ਼ਾਮਪਲ ਇੱਕ ਇਨਸਾਨ ਦੀ ਤੁਸੀਂ ਗੱਲ ਕਰ ਰਹੇ ਹੋ, ਮੇਬੀ ਉਹਨੇ ਬਿਜ਼ਨਸ ਦੇ ਵਿੱਚ ਉਦੋਂ ਵੱਡਾ ਰਿਸਕ ਲਿਆ, ਪਹਿਲਾ ਰਿਸਕ ਉਹਦੇ ਲਈ ਅਨਸਕਸੈਸਫੁਲ ਰਿਹਾ, ਪਰ ਉਸ ਅਨਸਕਸੈਸਫੁਲ ਰਿਸਕ ਤੋਂ ਵੀ ਉਹਨੇ ਕੁਛ ਸਿੱਖਿਆ, ਉਹਨੇ ਹਜੇ ਕੁਛ ਸਿੱਖਿਆ ਐਂਡ ਉਹਨੇ ਉਹੀ ਸਿੱਖਿਆ ਫਿਰ ਨੈਕਸਟ ਰਿਸਕ ਦੇ ਵਿੱਚ ਅਪਲਾਈ ਕੀਤੀ। ਸੋ ਬੇਸਿਕਲੀ ਜਿਹੜਾ ਉਹਦਾ ਪੈਟਰਨ ਸੀਗਾ, ਫੋਰ ਐਗਜ਼ਾਮਪਲ ਜਿਹੜਾ ਹਜੇ ਵੀ ਇੱਕ ਅਨਹੈਲਥੀ ਰਿਸਕ ਆ, ਫੋਰ ਐਗਜ਼ਾਮਪਲ ਜੇ ਤੁਸੀਂ ਕੋਈ ਵੀ ਅਨਹੈਲਥੀ ਰਿਸਕ ਕਰ ਰਹੇ ਹੋ ਤਾਂ ਤੁਸੀਂ ਉਸ ਪਾਸਟ ਐਕਸਪੀਰੀਅੰਸ ਤੋਂ ਕੁਛ ਨਹੀਂ ਸਿੱਖਿਆ। ਸੋ ਜੇ ਤੁਸੀਂ ਪਾਸਟ ਐਕਸਪੀਰੀਅੰਸ ਤੋਂ ਜਿਹੜੀ ਉਹਦੀ ਐਜੂਕੇਸ਼ਨ, ਜਿਹੜਾ ਉਹਦਾ ਲੈਸਨ ਸਿੱਖ ਕੇ ਅਗਲੇ ਐਕਸਪੀਰੀਅੰਸ ਦੇ ਵਿੱਚ ਅਪਲਾਈ ਕਰਦੇ ਹੋ, ਅਫਕੋਰਸ ਜਿਹੜਾ ਉਹ ਤੁਹਾਡਾ ਰਿਸਕ ਜਿਹੜਾ ਟੇਕਿੰਗ ਆ, ਉਹ ਫੇਅਰ ਆ, ਉਹ ਇੱਕ ਰਿਸੋਰਸ ਬਣਦਾ। ਤੁਹਾਡਾ ਪਾਸਟ ਜਿਹੜਾ ਅਨਸਕਸੈਸਫੁਲ ਅਟੈਂਪਟ ਸੀ, ਰਿਸੋਰਸ ਬਣਿਆ, ਤੁਹਾਨੂੰ ਕੁਛ ਸਿਖਾਇਆ ਜੋ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ। ਐਂਡ ਮੋਸਟ ਆਫ ਦਾ ਬਿਜ਼ਨਸ ਜਿਹੜੇ ਲੋਕ ਬਹੁਤ ਕਾਮਯਾਬ ਹੋਇਆ, ਤੁਸੀਂ ਕਈ ਵਾਰ ਉਹਨਾਂ ਦੀਆਂ ਹਿਸਟਰੀ ਦੇ ਵਿੱਚ ਜਾਓਗੇ, ਜਿਹੜੇ ਕਿ ਸਾਇੰਸਦਾਨ ਵੀ ਬਹੁਤ ਵੱਡੇ ਹੋਇਆ, ਉਹਨਾਂ ਨੇ ਦੱਸਿਆ ਕਿ ਉਹ ਕਿੰਨੇ ਵਾਰੀ ਫੇਲ ਹੋਏ ਆ। ਬਹੁਤ ਵਾਰੀ ਉਹਨਾਂ ਦੇ ਪੈਟਰਨ ਜਿਹੜੇ ਸੀ ਫੇਲ ਹੋਏ, ਪਰ ਫੇਲ ਬਾਵਜੂਦ ਦੇ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਕਾਮਯਾਬੀ ਦਿਖਦੀ ਸੀ ਐਂਡ ਉਹਨਾਂ ਦੀ ਵਿਜ਼ਨ ਸੀ ਵੀ ਕਿਤੇ ਨਾ ਕਿਤੇ ਕਾਮਯਾਬ ਜ਼ਰੂਰ ਹੋਵਾਂਗੇ। ਸੋ ਫੇਲ ਨੂੰ ਪਾਸੇ ਤੱਕਦੇ ਗਏ।
ਜਾਂ ਉਹ ਤਾਂ ਗੱਲ ਤੁਹਾਡੀ ਠੀਕ ਆ, ਪਰ ਜਿਹੜਾ ਖਤਰਾ ਮੁੱਲ ਲੈਂਦਾ ਔਰ ਉਹਦੇ ਕੋਲ ਚੋਇਸਿਸ ਹੁੰਦੀਆਂ ਕਿ ਆਹ ਮੈਂ ਚੋਇਸ ਲਵਾਂ, ਇਹ 'ਚ ਖਤਰਾ ਜ਼ਿਆਦਾ। ਔਰ ਕਈ ਲੋਕ ਇਸ ਕਰਕੇ ਖਤਰਾ ਲੈਂਦੇ ਆ, ਖਤਰਾ ਮੁੱਲ ਲੈਂਦੇ ਆ, ਖਤਰਾ ਰਿਸਕ ਲੈ ਲੈਂਦੇ ਆ ਕਿ ਯਾਰ ਜੇ ਹੁਣ ਖਤਰਾ ਨਾ ਮੁੱਲ ਲਿਆ, ਜੇ ਹੁਣ ਰਿਸਕ ਨਾ ਲਿਆ ਫਿਰ ਪਛਤਾਵਾਂਗੇ, ਹੁਣ ਐਂ ਕਰੋ ਦੇਖੀ ਜਾਊਗੀ, ਆਪਾਂ ਰਿਸਕ ਲੈ ਲੈਂਦੇ ਹਾਂ, ਕਿਉਂਕਿ ਬਾਅਦ 'ਚ ਪਛਤਾਵੇ ਦੀ ਅੱਗ ਦੇ ਵਿੱਚ ਧੁਖਣ ਨਾਲੋਂ ਚੰਗਾ ਕਿ ਆਪਾਂ ਰਿਸਕ ਲੈ ਲੈਣਾ, ਦੇਖੀ ਜੋ ਹੁੰਦਾ ਹੋ ਜਾਵੇ। ਫਿਰ ਹੁਣ ਜਿਹੜਾ ਪਛਤਾਵੇ, ਰਿਗਰੈਟ ਦਾ ਮਾਹੌਲ ਬਾਅਦ 'ਚ ਬਣਨਾ, ਪਛਤਾਵੇ ਦੀ ਬਜਾਏ ਉਹ ਚੂਜ਼ ਕਰ ਲੈਂਦੇ ਆ ਵੀ ਮੈਂ ਪਛਤਾਵਾ ਚੂਜ਼ ਕਰਨਾ, ਬਾਅਦ 'ਚ ਮੇਰਾ ਆਲਟਰਨੇਟਿਵ ਇਹ ਹੋਏਗਾ ਜੇ ਹੁਣ ਮੈਂ ਰਿਸਕ ਨਾ ਲਿਆ ਤਾਂ ਫਿਰ ਮੈਨੂੰ ਪਛਤਾਵਾ ਹੋ ਜਾਣਾ। ਪਛਤਾਵੇ ਤੋਂ ਬਚਣ ਲਈ ਰਿਸਕ ਲੈਂਦੇ ਆ। ਜੀ ਹਾਂ, ਐਗਜ਼ੈਕਟਲੀ। ਜਿਹੜੀ ਕਈ ਵਾਰ ਚੀਜ਼ ਅਸੀਂ ਕਰਨਾ ਚਾਹੁੰਦੇ ਹਾਂ, ਸਾਨੂੰ ਇਹ ਲੱਗਦਾ ਗਾ ਕਿ ਜੇ ਅਸੀਂ ਨਾ ਕੀਤੀ, ਉਹ ਜਿਹੜਾ ਪਛਤਾਵਾ ਉਹ ਸਾਡੀ ਜ਼ਿੰਦਗੀ ਤੇ ਜ਼ਿਆਦਾ ਹੈਵੀ ਪਊਗਾ ਤੇ ਜੇ ਇਹਦੇ ਬਜਾਏ ਜੇ ਅਸੀਂ ਕਰਕੇ ਵੀ ਫੇਲ ਹੋ ਗਏ। ਸੋ ਫॉर ਐਗਜ਼ਾਮਪਲ ਜੇ ਇੱਕ ਸਿੰਪਲ ਜੀ ਤੇ ਗਈ ਆ, ਫॉर ਐਗਜ਼ਾਮਪਲ ਇੱਕ ਡੋਨਟਸ ਦੀ ਲਾਈਨ ਲੱਗੀ ਹੋਈ ਆ। ਕਈ ਲੋਕੀ ਡੋਨਟ ਦੇਖਦੇ ਆ ਕਿ ਸਾਨੂੰ ਡੋਨਟ ਮਿਲੂਗਾ ਐਂਡ ਆਫ ਲਾਈਨ ਤੇ, ਕਈ ਲੋਕ ਲੰਬੀ ਲਾਈਨ ਵੇਖਦੇ ਆ। ਐਂਡ ਦੋਨਾਂ ਦੀਆਂ ਚੋਇਸਿਸ ਵੱਖਰੀਆਂ ਹੁੰਦੀਆਂ, ਕਿਉਂਕਿ ਜਿਹੜੇ ਲੋਕ ਲੰਬੀ ਲਾਈਨ ਵੇਖ ਲੈਂਦੇ ਉਹ ਲਾਈਨ 'ਚ ਨਹੀਂ ਲੱਗਦੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਲਾਈਨ ਬੜੀ ਲੰਮੀ ਆ। ਪਰ ਜਿਹੜੇ ਲੋਕ ਇਹ ਸੋਚ ਲੈਂਦੇ ਕਿ ਸਾਨੂੰ ਡੋਨਟ ਵੀ ਮਿਲੂਗਾ ਐਟ ਐਂਡ ਆਫ ਦਾ ਡੇ, ਤੇ ਉਹ ਲਾਈਨ ਦੇ ਵਿੱਚ ਲੱਗ ਜਾਂਦੇ ਤੇ ਉਹਨਾਂ ਨੂੰ ਲਾਈਨ ਦੇ ਵਿੱਚ ਲੱਗਣਾ ਤੇ ਉਹਦੇ ਥਰੂ ਲੰਘਣਾ ਉਹਨਾਂ ਨੂੰ ਸੌਖਾ ਲੱਗਦਾ, ਕਿਉਂਕਿ ਉਹਨਾਂ ਦੀ ਜਿਹੜੀ ਇੰਟੈਂਸ਼ਨ ਆ, ਉਹਨਾਂ ਦੀ ਜਿਹੜੀ ਪਿਕਚਰ ਆ ਐਂਡ ਆਫ ਦਾ ਉਹ ਇੱਕ ਡਿਫਰੈਂਟ ਆ। ਅੱਛਾ, ਜ਼ਿੰਦਗੀ ਦੇ ਵਿੱਚ ਜਿਹੜਾ ਖਤਰਾ ਮੁੱਲ ਲੈਣਾ ਜਾਂ ਰਿਸਕ ਲੈਣਾ, ਇਹ ਇੰਪੋਰਟੈਂਟ ਚੀਜ਼ ਆ ਜਾਂ ਕਿ ਮੂਰਖਤਾ ਭਰਿਆ ਫੈਸਲਾ, ਕਦੇ ਵੀ ਰਿਸਕ ਨਹੀਂ ਲੈਣਾ ਚਾਹੀਦਾ? ਕਈ ਲੋਕਾਂ ਦਾ ਇਹ ਫਾਰਮੂਲਾ, ਨੋ ਰਿਸਕ ਨਹੀਂ ਲੈਣਾ। ਕਈ ਲੋਕਾਂ ਦਾ ਇਹ ਆ ਵੀ ਕੋਈ ਗੱਲ ਨਹੀਂ, ਜੇ ਲੋੜ ਪਈ ਆਪਾਂ ਰਿਸਕ ਵੀ ਚੱਕਾਂਗੇ। ਇਹ ਰਿਸਕ ਲੈਣਾ ਕਿੰਨਾ ਕੁ ਇੰਪੋਰਟੈਂਟ ਆ? ਦੇਖੋ ਮਿਸਟਰ ਸਿੰਘ, ਇੱਕ ਰਿਸਕ ਲੈਣਾ ਸਾਡੀ ਸੈਲਫ ਗਰੋਥ, ਜਿਹੜੇ ਲੋਕ ਨੇ ਵੱਡਾ ਕਾਮਯਾਬ ਕਰਦੇ ਆ ਜਾਂ ਬੜੀਆਂ ਵੱਡੀਆਂ ਕਾਢਾਂ ਕੱਢਦੇ ਆ, ਉਹ ਇੱਕ ਰਿਸਕ ਟੇਕਿੰਗ ਸੀ, ਇੱਕ ਖਤਰੇ ਰਿਸਕ ਕਿਸੇ ਵੀ ਤਰੀਕੇ ਨਾਲ, ਇਮੋਸ਼ਨਲ ਰਿਸਕ ਹੋ ਸਕਦਾ, ਇੱਕ ਫਾਈਨੈਂਸ਼ੀਅਲ ਰਿਸਕ ਹੋ ਜਾਂਦਾ। ਸੋ ਸਾਡੀ ਸੈਲਫ ਗਰੋਥ ਵੀ ਰਿਸਕ ਦੇ ਵਿੱਚ ਆ। ਜਿੰਨਾ ਚਿਰ ਅਸੀਂ ਰਿਸਕ ਟੇਕ ਕੇ ਦੂਜੇ ਪਾਸੇ ਨਹੀਂ ਜਾਂਦੇ, ਸਾਡੇ 'ਚ ਹਿੰਮਤ ਨਹੀਂ ਵੱਧਦੀ, ਸਾਡੇ 'ਚ ਹੌਸਲਾ ਨਹੀਂ ਵੱਧਦਾ, ਸਾਡੇ ਜਿਹੜੇ ਕੈਰੈਕਟਰ ਦੇ ਵਿੱਚ ਸਟਰੈਂਥ ਨਹੀਂ ਆਉਂਦੀ ਕੀ। ਪਰ ਜੇ ਅਸੀਂ ਰਿਸਕ ਤੋਂ ਪਾਸੇ ਰਹੀਏ ਤੇ ਅਸੀਂ ਕਮਜ਼ੋਰ ਮਹਿਸੂਸ ਕਰਾਂਗੇ। ਸੋ ਇੱਕ ਸਾਡਾ ਸੈਲਫ ਗਰੋਥ ਦਾ ਮੈਕੈਨਿਜ਼ਮ ਆ ਕਿ ਸਾਨੂੰ ਰਿਸਕ ਟੇਕ ਕਰਨ ਵਾਸਤੇ ਸਾਨੂੰ ਦੂਸਰੇ ਪਾਸੇ ਇੱਕ ਸਾਡੇ ਕੈਰੈਕਟਰ ਦੇ ਵਿੱਚ ਇੱਕ ਸਟਰੈਂਥ ਵੀ ਮਿਲਦੀ ਆ ਜਦੋਂ ਅਸੀਂ ਉਹ ਚੀਜ਼ਾਂ ਪਾਰ ਕਰਦੇ ਨੇ। ਪਰ ਅਸੀਂ ਜਦੋਂ ਰਿਸਕ ਟੇਕ ਕਰਦੇ ਹਾਂ, ਉਦੋਂ ਅਸੀਂ ਆਪਦੇ ਆਪ 'ਚ ਇਹ ਪੁੱਛਣਾ ਕਿ ਇੱਕ ਇਮੋਸ਼ਨਲ ਰਿਸਕ ਆ ਜਾਂ ਇੱਕ ਰੈਸ਼ਨਲ ਰਿਸਕ ਆ। ਜੇ ਅਸੀਂ ਇਮੋਸ਼ਨਲ ਰਿਸਕ ਲੈ ਰਹੇ ਹਾਂ ਤਾਂ ਓਬਵੀਅਸਲੀ ਉਹ ਅਨਹੈਲਥੀ ਰਿਸਕ ਹੈ। ਜਿੰਨਾ ਚਿਰ ਅਸੀਂ ਇੱਕ ਭਾਵਨਾਵਾਂ ਨੂੰ ਹੱਲ ਨਹੀਂ ਕਰਦੇ। ਫੋਰ ਐਗਜ਼ਾਮਪਲ, ਇੱਕ ਇਨਸਾਨ ਆ, ਉਹ ਬਹੁਤ ਪੈਸਾ ਬਣਾਉਣਾ ਚਾਹੁੰਦਾ ਹੈ, ਉਹ ਰਿਸਕ ਤੇ ਰਿਸਕ ਲਈ ਜਾਂਦਾ। ਸੋ ਬੇਸਿਕਲੀ ਉਹਦਾ ਜਿਹੜਾ ਰਿਸਕ ਟੇਕਿੰਗ ਦਾ ਫਾਰਮੂਲਾ ਉਹ ਇਸ ਇਮੋਸ਼ਨ ਤੋਂ ਆਇਆ ਕਿ ਮੇਰੇ ਕੋਲ ਪੈਸਾ ਹੈ ਨਹੀਂ ਤੇ ਮੈਂ ਬਹੁਤ ਸਾਰਾ ਕਮਾਉਣਾ। ਬਲਵਿੰਦਰ ਕੌਰ ਜੀ, ਅੱਗੇ ਚੱਲ ਕੇ ਇਹ ਜ਼ਰੂਰ ਦੱਸੋ ਸਾਨੂੰ ਕਿ ਕੀ ਰਿਸਕ ਟੇਕਰ ਹੀ ਕਾਮਯਾਬ ਹੁੰਦੇ ਨੇ? ਜਿਹੜੀਆਂ ਵੱਡੀਆਂ ਕਾਮਯਾਬੀਆਂ ਨੇ ਉਹ ਉਹਨਾਂ ਲੋਕਾਂ ਦੇ ਪੈਰ ਚੁੰਮਦੀਆਂ ਨੇ ਜਿਹੜੇ ਖਤਰੇ ਮੁੱਲ ਲੈ ਲੈਂਦੇ ਨੇ? ਬਲਵਿੰਦਰ ਕੌਰ ਜੀ। ਜੀ ਹਾਂ ਮਿਸਟਰ ਟੈਂਸ, ਸੋ ਹਰ ਚੀਜ਼ ਦੇ ਵਿੱਚ ਇੱਕ ਰਿਸਕ ਆ। ਤੁਸੀਂ ਇੱਕ ਚੰਗਾ ਰਿਸ਼ਤਾ ਆਪਦੀ ਜ਼ਿੰਦਗੀ ਦੇ ਵਿੱਚ ਬਣਾਉਣਾ ਚਾਹੁੰਦੇ ਹੋ, ਉਹਦੇ ਵਿੱਚ ਰਿਸਕ ਆ। ਉਹਦਾ ਰਿਸਕ ਇਹ ਹੈ ਕਿ ਤੁਹਾਨੂੰ ਲੋਕਾਂ 'ਤੇ ਵਿਸ਼ਵਾਸ ਕਰਨਾ ਪੈਣਾ ਵਾ। ਐਂਡ ਉਸ ਵਿਸ਼ਵਾਸ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਲੋਕ ਤੁਹਾਨੂੰ ਨਹੀਂ ਵੀ ਉਸ ਪ੍ਰੋਪਰਲੀ ਟਰੀਟ ਕਰ ਰਹੇ ਉਸੇ ਹੀ ਵਿਸ਼ਵਾਸ ਨਾਲ। ਸੋ ਹਰ ਇੱਕ ਚੰਗੀ ਚੀਜ਼, ਐਂਡ ਤੁਸੀਂ ਆਪਾਂ ਸਾਰੇ ਜਿਹੜੇ ਆ ਸਾਡੇ ਲਿਸਨਰ ਆ, ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਵੀ ਕੋਈ ਇੱਕ ਚੰਗੀ ਚੀਜ਼ ਤੁਹਾਡੀ ਜ਼ਿੰਦਗੀ 'ਚ ਆਈ ਆ, ਇੱਕ ਚੰਗੀ ਚੱਲ ਰਹੀ ਆ, ਕਿਤੇ ਨਾ ਕਿਤੇ ਉਹਦੇ ਲਈ ਤੁਸੀਂ ਰਿਸਕ ਲਏ ਨੇ, ਕਿਤੇ ਨਾ ਕਿਤੇ ਉਹਦੇ ਲਈ ਤੁਸੀਂ ਇੱਕ ਜਿਹੜਾ ਰਿਸਕ ਸੀਗਾ ਉਹਦੇ ਨਾਲ ਡਰ ਵੀ ਸੀਗਾ, ਉਹ ਤੁਸੀਂ ਲਿਆ ਵਾ। ਸ਼ਾਇਦ ਤੁਸੀਂ ਅਵੇਅਰ ਹੋਵੋ ਜਾਂ ਨਾ ਹੋਵੋ, ਪਰ ਰਿਸਕ ਉਹਦੇ ਵਿੱਚ ਪੱਕਾ ਇਨਵੋਲਵਡ ਸੀ। ਉਹਦੀਆਂ ਆਊਟਕਮਸ ਬਹੁਤ ਜ਼ਿਆਦਾ ਹੋ ਸਕਦੀਆਂ ਸੀ। ਫੋਰ ਐਗਜ਼ਾਮਪਲ, ਸਾਡੇ ਕਲਚਰ, ਸਾਡੀ ਕਮਿਊਨਿਟੀ ਦੇ ਵਿੱਚ ਲੋਕ ਬੜੇ ਧੂਮ-ਧਾਮ ਨਾਲ ਵਿਆਹ ਕਰਦੇ ਰਹੇ। ਰਿਸਕ ਤਾਂ ਹੈ ਨਾ, ਕਿੰਨੀ ਅਸੀਂ ਐਨਰਜੀ ਐਫਰਟ ਪਾਉਣੇ ਆ, ਪਰ ਰਿਸਕ ਹੈ। ਹੋ ਸਕਦਾ ਉਸ ਵਿਆਹ ਦੀਆਂ ਕਈ ਆਊਟਕਮਸ ਹੋ ਸਕਦੀਆਂ। ਹੋ ਸਕਦਾ ਬਹੁਤ ਲੰਮਾ ਸਮਾਂ ਚੱਲੇ, ਹੋ ਸਕਦਾ ਲੰਮਾ ਸਮਾਂ ਨਾ ਚੱਲੇ, ਹੋ ਸਕਦਾ ਬਹੁਤ ਥੋੜਾ ਸਮਾਂ ਚੱਲੇ, ਹੋ ਸਕਦਾ ਲੰਮਾ ਸਮਾਂ ਚੱਲ ਕੇ ਸਾਨੂੰ ਰਿਸ਼ਤਾ ਦੁੱਖ ਦੇਵੇ, ਹੋ ਸਕਦਾ ਥੋੜਾ ਸਮਾਂ ਚੱਲ ਕੇ ਸਾਨੂੰ। ਸੋ ਕਾਫੀ ਜ਼ਿਆਦਾ ਉਹਦੀਆਂ ਆਊਟਕਮਸ ਹੋ ਗਈਆਂ। ਐਂਡ ਮੋਸਟ ਆਫ ਦਾ ਟਾਈਮ ਜਦੋਂ ਅਸੀਂ ਕਮਿਊਨਿਟੀ ਦੇ ਅਸੀਂ ਵਿਆਹ ਦੀ ਪਲੈਨਿੰਗ ਕਰਦੇ ਹਾਂ, ਸਾਡਾ ਮਕਸਦ, ਸਾਡੇ ਦਿਮਾਗ ਦੇ ਵਿੱਚ ਇਹੀ ਵਿਜ਼ਨ ਹੁੰਦੀ ਆ ਕਿ ਇਹ ਬਹੁਤ ਲੰਮੇ ਸਮੇਂ ਤੱਕ ਐਂਡ ਬਹੁਤ ਵਧੀਆ ਚੱਲੂਗਾ। ਹੋਲਡ ਕਰਨਾ ਜੀ।
ਇੱਕ ਬ੍ਰੇਕਿੰਗ ਨਿਊਜ਼ ਹੈ ਕਿ ਵੈਂਕੂਵਰ ਐਕੁਆਰੀਅਮ ਬੰਦ ਹੋ ਗਿਆ ਹੈ। 200 ਨੌਕਰੀਆਂ ਚਲੀਆਂ ਗਈਆਂ। ਵੈਂਕੂਵਰ ਐਕੁਆਰੀਅਮ 64 ਸਾਲ ਤੋਂ ਚੱਲ ਰਿਹਾ ਸੀ, 64 ਸਾਲ ਦੀ ਹਿਸਟਰੀ ਸੀ ਉਹਦੀ, ਪਰ ਐਤਕੀ ਇਹ ਕਰੋਨਾ ਵਾਇਰਸ ਦੀ ਮਾਰ ਨਹੀਂ ਝੱਲ ਸਕਿਆ। 80% ਡਿਕਲਾਈਨ ਹੋ ਗਿਆ ਟਿਕਟਾਂ ਦੇ ਵਿੱਚ। ਇਸ ਕਰਕੇ ਉਹਨਾਂ ਨੇ ਵੈਂਕੂਵਰ ਐਕੁਆਰੀਅਮ ਬੰਦ ਕਰ ਦਿੱਤਾ ਹੈ ਅਤੇ ਕੋਵਿਡ-19 ਦੀ ਭੇਟ ਚੜ੍ਹ ਗਿਆ ਹੈ। ਸਟੀਲ ਏਜ ਕੰਸਟਰਕਸ਼ਨ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ, ਅਤੇ ਰੈਸਟੋਰੈਂਟ, ਦਫ਼ਤਰ, ਮੈਡੀਕਲ ਕਲੀਨਿਕ, ਕਮਰਸ਼ੀਅਲ ਪ੍ਰੋਜੈਕਟ ਹੈ ਕੋਈ, ਸਟੀਲ ਏਜ ਕੰਸਟਰਕਸ਼ਨ ਨੂੰ ਇੱਕ ਵਾਰ ਸੰਪਰਕ ਜ਼ਰੂਰ ਕਰੋ। ਤੁਹਾਡੇ ਬਜਟ ਅਤੇ ਟਾਈਮ ਲਾਈਨ ਦੇ ਮੁਤਾਬਕ ਕੋਡ ਦੇ ਹਿਸਾਬ ਨਾਲ ਨਕਸ਼ਾ ਬਣਵਾ ਕੇ ਸਿਟੀ ਤੋਂ ਮਨਜ਼ੂਰੀ ਲੈ ਕੇ ਉਹ ਤੁਹਾਡਾ ਪਲਾਨ ਜਿਹੜਾ ਉਹ ਸਬਮਿਟ ਕਰਨਗੇ। ਰਾਜ ਦਾ ਨੰਬਰ ਹੈ 604 418 1515 6044181515। ਕੈਸਕੇਡ ਬਾਥ ਐਂਡ ਲਾਈਟਿੰਗ ਵਾਲੇ ਸੂਚਨਾ ਦੇ ਰਹੇ ਆ ਕਿ ਕੈਸਕੇਡ ਬਾਥ ਐਂਡ ਲਾਈਟਿੰਗ 'ਤੇ ਕੁਆਲਿਟੀ ਵਧੀਆ, ਵਰਾਇਟੀ ਵਧੀਆ, ਸਿੰਕ ਸਟੱਬਸ ਅਤੇ ਲਾਈਟਿੰਗ 'ਤੇ ਡਿਸਕਾਊਂਟ ਮਿਲੇਗਾ ਤੁਹਾਨੂੰ। ਵਧੀਆ ਸਰਵਿਸ ਦੀ ਗਾਰੰਟੀ ਹੈ। ਸਾਹਿਬ ਭੁੱਲਰ ਜਾਂ ਚੰਨਾ ਧਨੋਆ ਨੂੰ ਫੋਨ ਕਰੋ 604 510 9400। ਅੱਛਾ, ਇੱਕ ਗੱਲ ਇਹ ਵੀ ਦੱਸੋ ਸਾਨੂੰ ਬਈ, ਇੱਕ ਤਾਂ ਬਲਵਿੰਦਰ ਜੀ ਲੋਕ ਆਪ ਦੀ ਵਾਸਤੇ ਰਿਸਕ ਲੈਂਦੇ ਆ, ਪਰ ਇੱਥੇ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਆ ਜਿਹੜੇ ਦੂਜਿਆਂ ਵਾਸਤੇ ਵੀ ਰਿਸਕ ਲੈ ਲੈਂਦੇ ਆ, ਔਰ ਦੂਜਿਆਂ ਖਾਤਰ ਉਹਨਾਂ ਦੀ ਜੇ ਜਾਨ ਜਾਂਦੀ ਹੋਵੇ ਉਹਦੇ ਮੂਹਰੇ ਜਾ ਕੇ ਖੜ ਜਾਂਦੇ ਆ। ਇਹ ਬਹੁਤ ਵੱਡੀ ਗੱਲ ਆ। ਜਾਂ ਹੋਰ ਕਈ ਕਿਸਮ ਦੇ ਰਿਸਕ ਟੇਕਰ ਨੇ ਫਾਈਨੈਂਸ਼ੀਅਲ ਵਰਲਡ ਦੇ ਵਿੱਚ ਵੀ, ਜਿਹੜੇ ਉਹ ਆਪ ਨਹੀਂ ਰਿਸਕ ਲੈ ਰਹੇ ਹੁੰਦੇ, ਉਹ ਕਿਸੇ ਹੋਰ ਵਿਅਕਤੀ ਲਈ ਰਿਸਕ ਚੁੱਕ ਰਹੇ ਹੁੰਦੇ ਆ। ਕਿਸੇ ਹੋਰ ਲਈ ਰਿਸਕ ਲੈਣਾ ਵੀ ਉਸੇ ਹੀ ਜਿਹੜੀ ਇਬਾਰਤ ਦਾ ਹਿੱਸਾ ਹੈ। ਜਿਹੜੇ ਲੋਕ ਆਪ ਦੇ ਲਈ ਰਿਸਕ ਲੈਂਦੇ ਆ ਉਹੀ ਲੈ ਸਕਦੇ ਆ, ਕਿ ਕੁਛ ਲੋਕ ਇਹੋ ਜਿਹੇ ਆ ਜਿਹੜੇ ਦੂਜਿਆਂ ਲਈ ਤਾਂ ਰਿਸਕ ਲੈ ਸਕਦੇ ਆ ਲੇਕਿਨ ਆਪਣੇ ਆਪ ਲਈ ਰਿਸਕ ਨਹੀਂ ਲੈਂਦੇ। ਦੇਖੋ ਮਿਸਟਰ ਕਹਿੰਦੇ ਨੂੰ ਤੁਸੀਂ ਉਸੇ ਹੀ ਤਰੀਕੇ ਨਾਲ ਕਹਿ ਸਕਦੇ ਹੋ ਕਿ ਫੋਰ ਐਗਜ਼ਾਮਪਲ ਜਿਵੇਂ ਇੱਕ ਰਿਸ਼ਤਾ ਵਾ, ਸੋ ਤੁਸੀਂ ਉਸ ਰਿਸ਼ਤੇ ਵਾਸਤੇ ਰਿਸਕ ਲੈਂਦੇ ਹੋ। ਤੁਹਾਨੂੰ ਰਿਸ਼ਤਾ ਬੜਾ ਜ਼ਰੂਰੀ ਹੁੰਦਾ। ਸੋ ਇੱਕ ਬਾਪ ਆ ਜੇ ਉਹ ਟਰੱਕ ਚਲਾਉਂਦਾ, ਉਹ ਆਪਣੇ ਬੱਚਿਆਂ ਤੇ ਆਪਣੀ ਘਰ ਵਾਲੀ ਵਾਸਤੇ ਰਿਸਕ ਲੈਂਦਾ ਵਾ। ਉਸ ਰੋਡ ਤੇ ਜਾਂਦਾ ਵਾ ਲੰਮੇ ਟਾਈਮ ਵਾਸਤੇ ਉਹ ਟਰੱਕ ਚਲਾਉਂਦਾ ਵਾ। ਸੋ ਉਹ ਰਿਸ਼ਤਿਆਂ ਵਾਸਤੇ, ਸੋ ਰਿਸ਼ਤੇ ਬੜੇ ਸਾਡੇ ਲਈ ਜ਼ਰੂਰੀ ਹੁੰਦੇ ਨੇ। ਸੋ ਜਿਹੜੇ ਵੀ ਲੋਕ, ਕਿਉਂਕਿ ਅਸੀਂ ਇੱਕ ਸੋਸ਼ਲ ਐਨੀਮਲਸ ਆ, ਦੂਜੇ ਲੋਕਾਂ ਨੂੰ ਪ੍ਰੋਟੈਕਟ ਕਰਨ ਨਾਲ ਸਾਨੂੰ ਚੰਗਾ ਫੀਲ ਹੁੰਦਾ ਵਾ। ਅਸੀਂ ਜਦੋਂ ਵੀ ਤੁਸੀਂ ਆਮ ਇਹ ਚੀਜ਼ ਐਕਸਪੀਰੀਅੰਸ ਕਰਕੇ ਦੇਖ ਲਿਓ, ਜਦੋਂ ਵੀ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਸਾਡੇ ਅੰਦਰ ਚੰਗਾ ਮਹਿਸੂਸ ਹੁੰਦਾ ਹੈ, ਅਸੀਂ ਸਾਰੇ ਚੀਜ਼ ਮਹਿਸੂਸ ਕਰ ਸਕਦੇ ਹਾਂ। ਸੋ ਅਸੀਂ ਇੱਕ ਸੋਸ਼ਲ ਬੀਇੰਗ ਐਨੀਮਲਸ ਹਾਂ। ਦੂਸਰੇ ਲੋਕਾਂ ਨੂੰ ਪ੍ਰੋਟੈਕਟ ਕਰਨ ਨਾਲ ਸਾਡੀ ਬਾਡੀ ਦੇ ਵਿੱਚ ਚੰਗੇ ਕੈਮੀਕਲਸ ਰਿਲੀਜ਼ ਹੁੰਦੇ ਨੇ। ਸੋ ਜੇ ਅਸੀਂ ਉਹ ਰਿਸਕ ਟੇਕਿੰਗ ਕਿਸੇ ਲਈ ਕਰ ਸਕਦੇ ਹਾਂ, ਬਿਕਾਜ਼ ਸਾਨੂੰ ਅੰਦਰੋਂ ਵੀ ਚੰਗਾ ਮਹਿਸੂਸ ਹੋ ਰਿਹਾ, ਕਿਸੇ ਨੂੰ ਪ੍ਰੋਟੈਕਟ ਕਰਕੇ, ਕਿਸੇ ਨੂੰ ਸੇਫ ਕਰਕੇ, ਕਿਸੇ ਦੀ ਮਦਦ ਕਰਕੇ, ਕਿਸੇ ਦੀ ਹੈਲਪ ਕਰਕੇ। ਅੱਛਾ, ਇੱਕ ਹੋਰ ਗੱਲ ਇਹ ਵੀ ਦੱਸੋ ਵੀ ਜਿਹੜੇ ਲੋਕ ਦੂਜਿਆਂ ਲਈ ਰਿਸਕ ਲੈਂਦੇ ਆ, ਉਹਨਾਂ ਲੋਕਾਂ ਨੂੰ ਬਿਨਾਂ ਕੈਲਕੂਲੇਟ ਕਰੇ ਤੋਂ ਰਿਸਕ ਲੈ ਕੇ ਉਹਨਾਂ ਦੀ ਇਹ ਥਰਿਲ ਆ, ਉਹਨਾਂ ਨੂੰ ਇਸ ਗੱਲ ਦੇ ਵਿੱਚੋਂ ਮਜ਼ਾ ਆਉਂਦਾ, ਜਾਂ ਇਹ ਹੌਲੀ ਹੌਲੀ ਥਰਿਲ ਬਣ ਜਾਂਦੀ ਆ, ਜਾਂ ਕਿ ਵਾਕਿਆ ਹੀ ਉਹ ਸੀਰੀਅਸਲੀ ਚਾਹੁੰਦੇ ਹੁੰਦੇ ਆ ਕਿ ਇਹਦੇ ਕੰਸੀਕੁਐਂਸਿਸ ਆ ਹੋਣ, ਇਹ ਜੇ ਨਾ ਵੀ ਹੋਇਆ ਤਾਂ ਅਸੀਂ ਭੁਗਤਣ ਨੂੰ ਤਿਆਰ ਹਾਂ। ਉਹ ਰਿਜ਼ਲਟ ਚਾਹੁੰਦੇ ਹੁੰਦੇ, ਇਹਦਾ ਰਿਜ਼ਲਟ ਆ ਹੋਵੇ, ਕਿ ਵੈਸੇ ਹੀ ਇਹ ਥਰਿਲ ਹੋ ਜਾਂਦੀ ਆ। ਹੁਣ ਜੇ ਲੋਕ ਚੱਲਦੇ ਉੱਪਰਲੇ ਹਵਾਈ ਜਹਾਜ਼ 'ਚੋਂ ਪੈਰਾਸ਼ੂਟ ਜੰਪਰਸ ਨੇ ਜਿਹੜੇ, ਬੰਜੀ ਜੰਪਿੰਗ ਆ, ਉਹ ਤਾਂ ਲੋਕ ਆਪਣੀ ਥਰਿਲਸ ਲਈ ਕਰਦੇ ਆ। ਕਿ ਇਹ ਜਿਹੜਾ ਰਿਸਕ ਟੇਕਿੰਗ ਵੀ ਆ, ਇੱਕ ਕਿਸਮ ਦੀ ਥਰਿਲ ਆ, ਬੰਦੇ ਦੀ ਐਡਿਕਸ਼ਨ ਹੋ ਜਾਂਦੀ ਬੰਦੇ ਨੂੰ। ਜੀ ਹਾਂ ਮਿਸਟਰ ਕੈਂਡ, ਸੋ ਜਿਹੜੇ ਸਾਡੇ ਟੀਨਏਜਰ ਆ, ਕਾਫੀ ਲੋਕਾਂ ਨੂੰ ਐਡਿਕਸ਼ਨ ਆ, ਕਿਉਂਕਿ ਸੋ ਤੁਹਾਡੀ ਬਾਡੀ ਨੇ ਚੰਗੇ ਕੈਮੀਕਲਸ ਪ੍ਰੋਡਿਊਸ ਕਰਨੇ ਆ ਆਪਦੇ ਆਪ, ਐਂਡ ਮੋਸਟ ਆਫ ਦ ਟਾਈਮ ਉਹ ਜੇ ਅਸੀਂ ਇੱਕ ਹੈਲਥੀ ਤਰੀਕੇ ਨਾਲ ਸਾਡੀ ਬਾਡੀ, ਅਸੀਂ ਹੈਲਥੀ ਤਰੀਕੇ ਨਾਲ ਸਾਡੀ ਪਰਵਰਿਸ਼ ਸਾਡੇ ਆਲੇ ਦੁਆਲੇ ਹੋਣ, ਉਹ ਬਾਡੀ ਸਾਡੇ ਹੈਲਥੀ ਤਰੀਕੇ ਨਾਲ ਕੈਮੀਕਲਸ ਰਿਲੀਜ਼ ਕਰਦੀ। ਫੋਰ ਐਗਜ਼ਾਮਪਲ ਸਾਡਾ ਆਕਸੀਟੋਸਿਨ, ਡੋਪਾਮਾਈਨ, ਉਹ ਸਾਰੇ ਅਸੀਂ ਜ਼ਿੰਦਗੀ ਦੇ ਵਿੱਚ ਜਿਹੜੇ ਅਸੀਂ ਗੋਲ ਸਾਰੇ ਸਾਡੀ ਨੇਚਰ ਨੇ ਪ੍ਰੋਵਾਈਡ ਇੱਦਾਂ ਕੀਤੇ ਹੋਏ ਸਾਡੀ ਬਾਡੀ ਨੂੰ। ਫੋਰ ਐਗਜ਼ਾਮਪਲ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਸਾਡੇ ਅੰਦਰ ਚੰਗੇ ਕੈਮੀਕਲਸ ਪ੍ਰੋਡਿਊਸ ਹੁੰਦੇ ਆ। ਜਦੋਂ ਕੋਈ ਅਸੀਂ ਗੋਲ ਅਚੀਵ ਕਰਦੇ ਹਾਂ ਸਾਡੇ ਅੰਦਰ ਚੰਗੇ ਕੈਮੀਕਲਸ ਪ੍ਰੋਡਿਊਸ ਹੁੰਦੇ ਆ। ਜਦੋਂ ਅਸੀਂ ਰਿਸ਼ਤੇ ਬਣਾਉਣੇ ਆ ਸਾਡੇ ਅੰਦਰ ਚੰਗੇ ਕੈਮੀਕਲਸ ਪ੍ਰੋਡਿਊਸ ਹੁੰਦੇ ਆ।
ਹੁੰਦਾ ਕੀ ਆ ਕਿ ਜਿਵੇਂ ਤੁਸੀਂ ਟੀਨੇਜ ਰਿਸਕ ਟੇਕਿੰਗ ਕਹਿੰਦੇ ਆ, ਜਿਹੜੀ ਕਿ ਬਹੁਤ ਕਈ ਵਾਰ ਅਨਹੈਲਥੀ ਹੁੰਦੀ ਆ। ਇਹ ਜਿਹੜੇ ਸਾਡੇ ਟੀਨੇਜ ਦਾ ਜਿਹੜਾ ਦਿਮਾਗ ਆ ਉਸ ਟਾਈਮ ਤੇ ਬੜਾ ਲਿੰਬਿਕ ਸਿਸਟਮ ਬਹੁਤ ਜ਼ਿਆਦਾ ਐਕਟੀਵੇਟ ਹੁੰਦਾ, ਉਹਨਾਂ ਦੀਆਂ ਇਮੋਸ਼ਨਸ ਬੜੀਆਂ ਜ਼ਿਆਦਾ ਐਕਟੀਵੇਟਡ ਹੁੰਦੀਆਂ। ਸੋ ਉਹ ਮੋਸਟ ਆਫ ਦਾ ਟਾਈਮ ਜਿਹੜਾ ਉਹਨਾਂ ਦੇ ਰਿਸਕ ਅਨਹੈਲਥੀ ਬਿਹੇਵੀਅਰ, ਉਹ ਇੱਕ ਭਾਵੁਕ ਬਹੁਤ ਇੰਟੈਂਸ ਇਮੋਸ਼ਨ ਦੇ ਵਿੱਚੋਂ ਆਏ ਹੁੰਦੇ ਆ। ਸੋ ਇਹ ਬੜਾ ਜ਼ਰੂਰੀ ਹੈ ਜਾਣਨਾ ਕਿ ਮੇਰਾ ਇਹ ਜਿਹੜਾ ਇਮੋਸ਼ਨਲ, ਚਾਹੇ ਉਹ ਕਿਸੇ ਲਈ ਵੀ ਮੈਂ ਲੈ ਰਿਹਾ, ਫੋਰ ਐਗਜ਼ਾਮਪਲ ਇੱਕ ਫਾਦਰ ਲੈ ਰਿਹਾ ਵਾ ਆਪਣੇ ਬੱਚਿਆਂ ਲਈ, ਆਪਣੀ ਵਾਈਫ ਲਈ ਰਿਸਕ ਲੈ ਰਿਹਾ, ਉਹਦੀ ਆਊਟਕਮ ਉਹ ਇਹ ਸੋਚ ਕੇ ਲੈਂਦਾ ਕਿ ਪਰਿਵਾਰ ਵੀ ਤਾਂ ਮੇਰਾ ਕਿੰਨਾ ਵਧੀਆ, ਫਿਰ ਇਹਨਾਂ ਬਿਨਾਂ ਮੈਂ ਹੈ ਵੀ ਤਾਂ ਕੁਛ ਨਹੀਂ ਗਾ। ਸੋ ਜਦੋਂ ਉਹ ਚੀਜ਼ ਨੂੰ ਸੋਚ ਲੈਂਦਾ ਵਾ ਤੇ ਉਹਦੇ ਲਈ ਰਿਸਕ ਟੇਕ ਕਰਨੀ ਸੌਖੀ ਹੋ ਜਾਂਦੀ ਹੈ, ਬਿਕਾਜ਼ ਉਹਨੂੰ ਆਊਟਕਮ ਜਿਹੜੀ ਆ ਕਿ ਉਹਦੇ ਬੱਚੇ ਤੇ ਉਹਦੀ ਵਾਈਫ ਤੇ ਉਹਦਾ ਪਰਿਵਾਰ ਸੁਰੱਖਿਅਤ ਚਾਹੀਦਾ, ਇਹਨੂੰ ਉਹਨਾਂ ਦੇ ਰਿਸੋਰਸ ਪੂਰੇ ਹੋਣ, ਉਹ ਚਾਹੀਦੇ, ਬਿਕਾਜ਼ ਉਹ ਰਿਸ਼ਤੇ ਉਹਦੇ ਨਾਲ ਉਹਨਾਂ ਲਈ ਬੜੀ ਜ਼ਰੂਰੀ ਨੇ। ਸੋ ਜੀ ਹਾਂ, ਜਿਹੜੇ ਅਡਿਕਸ਼ਨ ਵੀ ਹੋ ਜਾਂਦੀ ਹੈ, ਜਿਹੜੀ ਥ੍ਰਿਲ ਸੀਕਿੰਗ ਆ, ਕਿਉਂਕਿ ਸਾਡੇ ਬੱਚੇ ਫਿਰ ਜਿਹੜੇ ਗੁੱਡ ਕੈਮੀਕਲ ਸਾਡੇ ਅੰਦਰ ਨਹੀਂ ਬਣਦੇ, ਫਿਰ ਸਾਡੇ ਬੱਚੇ ਇਹਨਾਂ ਨੂੰ ਚੰਗੇ ਕੈਮੀਕਲਾਂ ਨੂੰ ਲੈਣ ਦੀ ਖਾਤਰ ਉਹ ਗਲਤ ਤਰੀਕਿਆਂ ਨਾਲ, ਜਿਵੇਂ ਫੋਰ ਐਗਜ਼ਾਮਪਲ ਡਰੱਗ ਐਡਿਕਸ਼ਨ। ਡਰੱਗ ਦਾ ਮਤਲਬ ਤਾਂ ਇਹ ਨਾ ਕਿ ਉਹ ਤੁਸੀਂ ਕੈਮੀਕਲ ਜਿਹੜੇ ਤੁਹਾਡੀ ਬੋਡੀ ਦੇ ਅੰਦਰ ਨਹੀਂ ਬਣ ਰਹੇ, ਉਹ ਤੁਸੀਂ ਬਾਹਰੋਂ ਲੈਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਅਨਹੈਲਥੀ ਤਰੀਕੇ ਨਾਲ, ਕਿਉਂਕਿ ਬੈਸਟ ਇਹੀ ਹੈ ਕਿ ਤੁਹਾਡੀ ਬੋਡੀ ਅੰਦਰੋਂ ਬਣਾਵੇ। ਇੱਕ ਗੱਲ ਹੋਰ ਹੈ ਬਲਵਿੰਦਰ ਜੀ, ਬਈ ਜਿਹੜੇ ਲੋਕ ਰਿਸਕ ਲੈਂਦੇ ਆ, ਕਹਿੰਦੇ ਵੀ ਉਹ ਹੁੰਦੇ ਆ ਜਿਨ੍ਹਾਂ ਕੋਲੇ ਖੋਣ ਨੂੰ ਹੁੰਦਾ ਹੀ ਕੱਖ ਨਹੀਂ, ਉਹ ਕਹਿੰਦੇ ਨਥਿੰਗ ਟੂ ਲੂਜ਼, ਰਿਸਕ ਲੈ ਲੈਂਦੇ ਆ। ਜਿਨ੍ਹਾਂ ਲੋਕਾਂ ਕੋਲ ਬਹੁਤ ਚੀਜ਼ਾਂ ਹੁੰਦੀਆਂ, ਜਿਨ੍ਹਾਂ ਕੋਲੇ ਫੈਮਿਲੀ ਆ, ਬਿਜ਼ਨਸ ਆ, ਪੈਸੇ ਨੇ, ਔਰ ਹੋਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸੁੱਖ ਸਹੂਲਤਾਂ ਨੇ, ਜ਼ਿੰਦਗੀ 'ਚ ਹੋਰ ਬਹੁਤ ਸਾਰੇ ਸੂਖਮ ਨਾਤੇ ਆ, ਉਹ ਕਹਿੰਦੇ ਰਿਸਕ ਨਹੀਂ ਲੈਣਾ ਚਾਹੁੰਦੇ। ਕੀ ਉਹ ਡਰ ਜਾਂਦੇ ਆ? ਫਿਰ ਜਿਸ ਅਸੀਂ ਪਹਿਲਾਂ ਗੱਲ ਕੀਤੀ ਸੀ ਫੀਅਰ ਦੀ, ਉਹ ਜਿਹੜਾ ਦੇ ਆਰ ਅਫਰੇਡ ਆਫ ਇਟ, ਜਿਹੜਾ ਡਰ ਹੈ ਤੁਹਾਨੂੰ, ਉਹ ਰਿਸਕ ਲੈਣ ਤੋਂ ਤੁਹਾਨੂੰ ਰੋਕਦਾ, ਜਾਂ ਜਿਹੜੇ ਰਿਸਕ ਨਹੀਂ ਲੈਂਦੇ ਉਹ ਡਰੂ ਨੇ? ਦੇਖੋ ਮਿਸਟਰ ਤਿੰਦ, ਹਰ ਰਿਸਕ ਦੇ ਨਾਲ ਇੱਕ ਡਰ, ਹਰ ਚੀਜ਼, ਚਾਹੇ ਤੁਸੀਂ ਰਿਸ਼ਤਾ ਬਣਾਉਣੇ ਹੋ, ਚਾਹੇ ਇੱਕ ਫਾਈਨੈਂਸ਼ੀਅਲ ਦੁਨੀਆ ਦੇ ਵਿੱਚ ਰਿਸਕ ਲੈਂਦੇ ਹੋ, ਚਾਹੇ ਇੱਕ ਫਿਜ਼ੀਕਲ ਲੈਵਲ ਤੇ ਤੁਸੀਂ ਰਿਸਕ ਲੈਂਦੇ ਹੋ, ਔਰ ਡਰ ਰਿਸਕ ਦੇ ਨਾਲ ਰਹਿੰਦਾ। ਜਿਹੜੇ ਲੋਕਾਂ ਦਾ ਜਿਹੜੀ ਮਾਨਸਿਕ ਜਾਂ ਕਈ ਵਾਰ ਤੁਹਾਡੀ ਡਰਾਈਵ ਵੀ ਕਈ ਚੀਜ਼ਾਂ ਨੂੰ ਇੰਨੀ ਜ਼ਿਆਦਾ ਹੁੰਦੀ ਕਿ ਤੁਸੀਂ ਜਿਹੜਾ ਡਰ ਆ, ਉਹ ਜਿਹੜਾ ਰਿਸਕ ਆ, ਉਹ ਐਕਸੈਪਟ ਕਰ ਲੈਂਦੇ ਆ। ਇਹ ਨਹੀਂ ਅਸੀਂ ਕਹਿ ਸਕਦੇ ਕਿ ਇੱਕ ਹੀ ਕੈਟਾਗਰੀ ਦੇ ਵਿੱਚ ਪਾਦੇ, ਜਿਵੇਂ ਕਿ ਅਸੀਂ ਸਾਰੇ ਵੱਖਰੀਆਂ ਵੱਖਰੀਆਂ ਚੀਜ਼ਾਂ ਦੇ ਵਿੱਚ ਸਾਡੇ ਡਰ ਆ, ਐਂਡ ਵੱਖਰੀਆਂ ਵੱਖਰੀਆਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਦੇ ਵਿੱਚ ਅਸੀਂ ਰਿਸਕ ਲੈ ਸਕਦੇ, ਅਸੀਂ ਦੂਸਰੀ ਚੀਜ਼ ਦੇ ਵਿੱਚ ਨਹੀਂ ਰਿਸਕ ਲੈ ਸਕਦੇ। ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਕੋਲ ਲੂਜ਼ ਕਰਨ ਨੂੰ ਕੁਛ ਨਹੀਂ, ਫੋਰ ਐਗਜ਼ਾਮਪਲ ਤੁਸੀਂ ਇੱਕ ਰਿਸ਼ਤੇ ਦੇ ਵਿੱਚ ਹੋ, ਤੁਸੀਂ ਉਸ ਰਿਸ਼ਤੇ ਨੂੰ ਬਹੁਤ ਸਾਰਾ ਕੁਛ ਦੇਣਾ ਚਾਹੁੰਦੇ ਹੋ, ਪਰ ਜੋ ਰਿਸ਼ਤਾ ਨਹੀਂ ਤਾਂ ਤੁਸੀਂ ਇਕੱਲੇ ਆ, ਤੇ ਤੁਸੀਂ ਸੋਚਦੇ ਕਿ ਮੇਰੇ ਕੋਲ ਲੂਜ਼ ਕਰਨ ਨੂੰ ਵੀ ਕੀ ਆ। ਸੋ ਜੇ ਮੈਂ ਸਾਰੀ ਚੀਜ਼ ਆਪਦੇ ਰਿਸ਼ਤੇ 'ਚ ਪਾ ਦੂੰ, ਜੇ ਮੈਂ ਸਾਰੀ ਐਫਰਟ, ਐਨਰਜੀ, ਆਪਦਾ ਸਾਰਾ ਦਿਲ ਖੋਲ ਕੇ ਇਸ ਰਿਸ਼ਤੇ ਨੂੰ ਦੇਵਾਂ, ਤੇ ਅਦਰਵਾਈਜ਼ ਜੇ ਨਾ ਵੀ ਦੇਵਾਂ ਤੇ ਫਿਰ ਮੇਰੇ ਕੋਲ ਲੂਜ਼ ਕਰਨ ਨੂੰ ਵੀ ਹੈ ਨਹੀਂ, ਕਿਉਂਕਿ ਮੈਂ ਐਟ ਦਾ ਐਂਡ ਆਫ ਦਾ ਡੇ ਮੈਂ ਇਕੱਲਾ ਹੀ ਆ। ਹੁਣ ਫੇਲ ਹੋਣ ਦਾ ਡਰ ਆ, ਫੇਲ ਹੋਣ ਦਾ ਫੀਅਰ ਆ ਯਾਰ, ਕਿ ਨਹੀਂ ਤਾਂ ਫਿਰ ਫੇਲ ਨਾ ਹੋ ਜਾਈਏ ਕਿਤੇ। ਇਹ ਫੇਲ ਹੋਣ ਦਾ ਫੀਅਰ ਵੀ ਤੁਹਾਨੂੰ ਰਿਸਕ ਲੈਣ ਲਈ ਮਜਬੂਰ ਕਰ ਦਿੰਦਾ? ਹਾਂਜੀ, ਦੇਖੋ ਮਿਸਟਰ ਤਿੰਦ, ਕਿ ਜਿਹੜਾ ਵੀ ਤੁਸੀਂ ਰਿਸਕ ਲੈਂਦੇ ਆ, ਤੁਹਾਡੇ ਦਿਮਾਗ ਦੇ ਵਿੱਚ ਕਿਹੜੀ ਚੀਜ਼ ਜ਼ਿਆਦਾ ਤੁਸੀਂ ਦੇਖਦੇ ਆ, ਕਿਹੜੀ ਚੀਜ਼ ਬਾਰੇ ਜ਼ਿਆਦਾ ਸੋਚਦੇ ਆ। ਫੋਰ ਐਗਜ਼ਾਮਪਲ ਜੇ ਤੁਸੀਂ ਜਿਵੇਂ ਆਪਾਂ ਵਿਆਹ ਦੀ ਗੱਲ ਕਰਦੇ ਹਾਂ, ਰਿਸ਼ਤੇ ਦੀ ਗੱਲ ਕੀਤੀ, ਜੇ ਤੁਸੀਂ ਇਹ ਦਿਮਾਗ ਦੇ ਵਿੱਚ ਸੋਚਦੇ ਹੋ ਕਿ ਹਰ ਰਿਸ਼ਤਾ ਟੁੱਟ ਜਾਂਦਾ, ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ ਵਾ, ਕੋਈ ਕਿਸੇ ਦਾ ਚੰਗਾ ਨਹੀਂ ਸੋਚਦਾ, ਤੇ ਤੁਹਾਡੇ ਵਿੱਚ ਉਸ ਰਿਸ਼ਤੇ ਨੂੰ ਰਿਸਕ ਲੈਣ ਦੀ ਐਬਿਲਿਟੀ ਘੱਟ ਜੂਗੀ, ਕਿਉਂਕਿ ਤੁਹਾਡਾ ਜਿਹੜਾ ਮਾਈਂਡ ਸਟੇਟ ਆ, ਉਹਨੇ ਦੂਸਰੇ ਰੀਜ਼ਨ ਨੂੰ ਉੱਪਰ ਰੱਖਿਆ, ਉਹਦੀ ਅਟੈਂਸ਼ਨ ਦੂਸਰੇ ਤੇ ਆ। ਪਰ ਜੇ ਤੁਸੀਂ ਇਹ ਦੇਖੋ ਕਿ ਨਹੀਂ, ਮੈਂ ਬਹੁਤ ਲੋਕਾਂ ਦੇ ਰਿਸ਼ਤੇ ਚੰਗੇ ਵੀ ਦੇਖਦਾ, ਰਿਸ਼ਤੇ ਲੰਮੇ ਵੀ ਹੁੰਦੇ ਨੇ, ਬਹੁਤ ਲੋਕਾਂ ਨੂੰ ਕਾਮਯਾਬੀ ਵੀ ਮਿਲਦੀ ਆ, ਫਿਰ ਉਹੀ ਜਿਹੜਾ ਰਿਸਕ ਆ ਟੇਕ ਕਰਨਾ ਤੁਹਾਨੂੰ ਥੋੜਾ ਸੌਖਾ ਹੋ ਜਾਂਦਾ ਵਾ। ਇਵੇਂ ਜਦੋਂ ਫੋਰ ਐਗਜ਼ਾਮਪਲ ਅਸੀਂ ਲੋਕ ਦੌੜਦੇ ਆ, ਤੇ ਹਰ ਜਿਹੜਾ ਰਨਰ ਆ ਉਹ ਇਸ ਕਰਕੇ ਦੌੜਦਾ, ਉਹਨੂੰ ਲੱਗਦਾ ਕਿ ਮੈਂ ਸਭ ਤੋਂ ਤੇਜ਼ ਦੌੜੂਗਾ, ਪਰ ਜੇ ਇੱਕ ਰਨਰ ਇਹ ਸੋਚੇ ਵੀ ਮੈਂ ਤਾਂ ਫੇਲ ਹੀ ਹੋਣਾ ਤੇ ਮੈਂ ਤਾਂ ਪਿੱਛੇ ਰਹਿਣਾ, ਤੇ ਉਹ ਰਨ ਨਹੀਂ ਕਰ ਪਾਊਗਾ। ਇਹ ਤਾਂ ਗੱਲ ਤੁਹਾਡੀ ਠੀਕ ਆ, ਲੇਕਿਨ ਮੈਂ ਇਹ ਜਾਣਨਾ ਚਾਹੁੰਦਾ ਸੀ ਵੀ ਜਿਹੜੇ ਲੋਕ ਰਿਸਕ ਨਹੀਂ ਲੈਂਦੇ, ਅਸੀਂ ਆਮ ਤੌਰ ਦੇ ਉੱਤੇ ਸਾਡੀ ਸੁਸਾਇਟੀ ਦੇ ਵਿੱਚ ਉਹਨੂੰ ਕਹਿ ਦਿੰਦੇ ਵੀ ਇਹ ਤਾਂ ਡਰੂ ਆ, ਇਹ ਡਰੂ ਲੋਕ ਨੇ, ਡਰੂ ਲੋਕ ਜਿਹੜੇ ਰਿਸਕ ਨਹੀਂ ਲੈਂਦੇ ਹੁੰਦੇ, ਇਹ ਤਾਂ ਜੀ ਫਲਾਨਾ, ਇਹ ਤਾਂ ਧਮਕਾ, ਇਸ ਤਰ੍ਹਾਂ ਦੀ ਗੱਲਾਂ ਬਣਾਈਆਂ ਹੋਈਆਂ ਨੇ। ਪਰ ਮੈਂ ਇਹ ਦੇਖਦਾ ਕਿ ਜਿਹੜੇ ਡਰੂ ਲੋਕ ਵੀ ਨੇ, ਜਿਹੜੇ ਫੀਅਰਫੁਲ ਲੋਕ ਵੀ ਨੇ, ਉਹ ਵੀ ਕਈ ਹਾਲਤਾਂ ਦੇ ਵਿੱਚ ਕਈ ਕੈਲਕੂਲੇਟਡ ਰਿਸਕ ਲੈਂਦੇ ਰਹਿੰਦੇ ਆ, ਲੇਕਿਨ ਉਹ ਇਸ ਤਰ੍ਹਾਂ ਬਲਾਈਂਡਲੀ ਰਿਸਕ ਨਹੀਂ ਲੈਂਦੇ। ਉਹਨਾਂ ਦਾ ਡਰ ਜਿਹੜਾ ਉਹ ਫੀਅਰ ਆ, ਉਹ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਮੇਰਾ ਪਰਸਨਲ ਨੁਕਸਾਨ ਹੋ ਜਾਏਗਾ,
ਉਹਨਾਂ ਨੂੰ ਇਹ ਵੀ ਹੋਰ ਹੁੰਦਾ ਕਿ ਜਿਹੜਾ ਫੇਲ ਹੋਣ ਦਾ ਜਿਹੜਾ ਫੀਅਰ ਆ ਉਹ ਉਹਨਾਂ ਨੂੰ ਰਿਸਕ ਨਹੀਂ ਲੈਣ ਦਿੰਦਾ। ਹੁਣ ਡਰ ਤੇ ਬਰੇਵ, ਹੁਣ ਬਰੇਵ ਤੇ ਕਈ ਲੋਕਾਂ ਨੇ ਇਹ ਕਿਹਾ ਕਿ ਜਿਹੜਾ ਬਰੇਵ ਆ, ਜਿਹੜਾ ਆਪਣੇ ਆਪ ਨੂੰ ਬਹਾਦਰ ਸਮਝਦਾ, ਬਹਾਦਰ ਤੇ ਮੂਰਖ ਦੇ ਵਿੱਚ ਬਹੁਤ ਪਤਲੀ ਜਿਹੀ ਲਾਈਨ ਆ। ਮੂਰਖ ਹੀ ਬਹਾਦਰੀ ਕਰ ਸਕਦੇ ਆ, ਔਰ ਜਿਹੜੇ ਲੋਕ ਸਿਆਣੇ ਆਪਣੇ ਆਪ ਨੂੰ ਕਹਿੰਦੇ ਆ ਉਹ ਆਮ ਤੌਰ 'ਤੇ ਡਰੂ ਹੋਇਆ ਕਰਦੇ ਆ। ਡਰੂ ਲੋਕ ਜਿਹੜੇ ਆ ਉਹ ਰਿਸਕ ਨਹੀਂ ਲੈ ਕੇ ਖੁਸ਼, ਰਿਸਕ ਲੈਂਦੇ ਨਹੀਂ। ਉਹ ਕਹਿੰਦੇ ਕਿ ਸਾਡਾ ਬਹੁਤ ਨੁਕਸਾਨ ਹੋ ਜਾਏਗਾ ਇਹਦੇ ਨਾਲ। ਜਿਹੜੇ ਰਿਸਕ ਨਹੀਂ ਲੈਂਦੇ ਉਹ ਡਰੂ ਆ। ਦੇਖੋ ਮਿਸਟਰ ਕਿੰਗ, ਜਿਵੇਂ ਤੁਸੀਂ ਕਿਹਾ ਕਿ ਜਿਹੜੇ ਲੋਕ ਡਰਦੇ ਆ ਰਿਸਕ ਲੈਣ ਤੋਂ, ਸੋ ਬੇਸਿਕਲੀ ਜਦੋਂ ਰਿਸਕ ਦੇ ਨੇੜੇ ਪਹੁੰਚਦੇ ਆ, ਰਿਸਕ ਲੈਣ ਬਾਰੇ ਸੋਚਦੇ ਆ, ਉਹਨਾਂ ਦੇ ਅੰਦਰ ਮੋਸਟ ਆਫ ਦਾ ਟਾਈਮ ਇੱਕ ਨੈਗੇਟਿਵ ਸੋਚਣੀ ਆ ਜਾਂਦੀ ਆ। ਮੋਸਟ ਆਫ ਦਾ ਟਾਈਮ ਇਹੀ ਆ ਜਾਂਦੀ। ਫੋਰ ਐਗਜ਼ਾਮਪਲ ਜੇ ਇੱਕ ਤੁਸੀਂ ਬਹੁਤ ਵਧੀਆ ਜੋਬ ਤੇ ਅਪਲਾਈ ਕਰਨਾ, ਮੋਸਟ ਲੋਕੀ ਇੱਕ ਉਹਨਾਂ ਨੇ ਮੈਂ ਆਰਟੀਕਲ ਪੜ੍ਹ ਰਹੀ ਸੀ, ਰਿਸਰਚ ਕੀਤਾ ਕਿ ਮੋਸਟ ਲੋਕੀ ਚੰਗੀਆਂ ਜੋਬਾਂ ਤੇ ਅਪਲਾਈ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇੰਨੀਆਂ ਚੰਗੀਆਂ ਜੋਬਾਂ ਉਹਨਾਂ ਨੂੰ ਮਿਲ ਹੀ ਨਹੀਂ ਸਕਦੀਆਂ। ਸੋ ਬੇਸਿਕਲੀ ਹੁੰਦਾ ਕਿ ਉਹ ਅਪਲਾਈ ਨਹੀਂ ਕਰਦੇ ਤੇ ਉਹਨਾਂ ਨੂੰ ਜੋਬਾਂ ਮਿਲਦੀਆਂ ਵੀ ਨਹੀਂ। ਸੋ ਜਿਹੜਾ ਉਹਨਾਂ ਦਾ ਇਨੀਸ਼ੀਅਲ ਜਿਹੜੀ ਉਹਨਾਂ ਦੀ ਇੰਟੈਂਸ਼ਨ ਆ ਕਿ ਮੈਨੂੰ ਇਹ ਜੋਬ ਕਿਉਂ ਮਿਲੂਗੀ, ਮੇਰਾ ਨਹੀਂ ਇੱਥੇ ਹੈ ਰਿਸਕ। ਕਿਉਂਕਿ ਜੇ ਤੁਸੀਂ ਉਸ ਇਨਵਾਇਰਮੈਂਟ ਤੇ ਜਾਓਗੇ, ਹੋ ਸਕਦਾ ਤੁਹਾਨੂੰ ਬਹੁਤ ਚੀਜ਼ਾਂ ਸਿੱਖਣੀਆਂ ਪੈਣ, ਬਹੁਤ ਤੁਹਾਡੇ ਚੈਲੰਜਸ ਤੁਹਾਨੂੰ ਓਵਰਕਮ ਕਰਨੇ ਪੈਣ, ਬਹੁਤ ਤੁਹਾਡਾ ਡਰ ਹੈ ਓਵਰਕਮ। ਸੋ ਸਾਡੀ ਇੰਟੈਂਸ਼ਨ ਕੀ ਆ ਰਿਸਕ ਵੇਲੇ? ਜੇ ਸਾਡੀ ਇੰਟੈਂਸ਼ਨ ਰਿਸਕ ਟੇਕਿੰਗ ਵੇਲੇ ਇਹ ਆ ਕਿ ਨਹੀਂ, ਜਿਹੜਾ ਮੇਰਾ ਇਹਦੇ ਵਿੱਚੋਂ ਮੈਂ ਜ਼ਰੂਰ ਕੁਛ ਨਾ ਕੁਛ ਮੈਨੂੰ ਮਿਲੂਗਾ, ਇਹਦੇ ਵਿੱਚੋਂ ਜ਼ਰੂਰ ਮੇਰੇ ਲਈ ਕੁਛ ਨਾ ਕੁਛ ਚੰਗਾ ਨਿਕਲੂਗਾ, ਉਹ ਲੋਕ ਰਿਸਕ ਲੈ ਲੈਂਦੇ ਆ। ਪਰ ਜੇ ਸਾਡੇ ਮੂਹਰੇ ਡਰ ਆ ਜੇ ਨਹੀਂ ਮੇਰਾ ਨਹੀਂ ਕੁਝ, ਮੈਂ ਚੰਗਾ ਨਹੀਂ ਕਰ ਸਕਦਾ ਇੱਥੇ, ਸੋ ਸਾਡੀ ਜਿਹੜੀ ਉਹ ਨੈਗੇਟਿਵ ਸੋਚਣੀ ਆ, ਸਾਡੀ ਜਿਹੜੀ ਨੈਗੇਟਿਵ ਜਿਹੜੀਆਂ ਸੋਚਣੀ ਆ, ਨੈਗੇਟਿਵ ਰਿਜ਼ਲਟ ਆ, ਉਹ ਜਦੋਂ ਜ਼ਿਆਦਾ ਅਸੀਂ ਵੇਅ ਕਰਨ ਲੱਗ ਜਾਂਦੇ ਆ, ਸਾਡਾ ਦਿਮਾਗ ਉੱਧਰ ਪ੍ਰਭਾਵਿਤ ਹੋ ਜਾਂਦਾ ਐਂਡ ਐਜ਼ ਅ ਰਿਜ਼ਲਟ ਅਸੀਂ ਰਿਸਕ ਨਹੀਂ ਲੈਂਦੇ, ਅਸੀਂ ਮੂਵ ਫਾਰਵਰਡ ਨਹੀਂ ਹੁੰਦੇ। ਅਖੀਰ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਜੀ? ਹਾਂਜੀ, ਬਸ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਹੜੇ ਰਿਸਕ ਸਾਡੀ ਜ਼ਿੰਦਗੀ ਦਾ ਹਿੱਸਾ, ਹਰ ਵਕਤ ਅਸੀਂ ਰਿਸਕ ਲੈਂਦੇ ਹਾਂ, ਜੋਬ ਤੇ ਜਾਂਦੇ ਹਾਂ, ਜੋਬ ਤੇ ਕੰਮ ਕਰਦੇ ਹਾਂ, ਹਰ ਟਾਈਮ ਤੇ ਕਿਸੇ ਨਾ ਕਿਸੇ ਤਰੀਕੇ ਦਾ ਕੁਛ ਰਿਸਕ ਹੈ। ਕਈ ਰਿਸਕ ਸਾਡੇ ਦਿਮਾਗ 'ਚ ਜ਼ਿਆਦਾ ਹੁੰਦੇ ਆ, ਕਈ ਰਿਸਕ ਸਾਡੇ ਦਿਮਾਗ 'ਚ ਆਉਂਦੇ ਵੀ ਨਹੀਂ, ਅਸੀਂ ਲੈ ਵੀ ਰਹੇ ਹੁੰਦੇ ਪਰ ਸਾਨੂੰ ਪਤਾ ਨਹੀਂ ਹੁੰਦਾ। ਜਿਵੇਂ ਫੋਰ ਐਗਜ਼ਾਮਪਲ ਜਦੋਂ ਅਸੀਂ ਡਰਾਈਵ ਕਰਦੇ ਹਾਂ, ਹਰ ਵਕਤ ਅਸੀਂ ਰਿਸਕ ਆ, ਰੋਡ ਤੇ ਹਰ ਵਕਤ ਰਿਸਕ ਆ, ਪਰ ਉਹਨਾਂ ਬਾਰੇ ਅਸੀਂ ਸੋਚਦੇ ਨਹੀਂ। ਸੋ ਆਪਣੇ ਰਿਸਕ ਨੂੰ ਇਵੈਲੂਏਟ ਕਰੋ ਕਿ ਇਹ ਮੇਰਾ ਰਿਸਕ ਇਮੋਸ਼ਨਲ ਰਿਸਕ ਆ ਜਾਂ ਇਹ ਮੇਰਾ ਇੱਕ ਰੈਸ਼ਨਲ ਰਿਸਕ ਆ। ਕਿਉਂਕਿ ਮੋਸਟ ਆਫ ਦ ਟਾਈਮ ਜਿਹੜੇ ਸਾਡੇ ਇਮੋਸ਼ਨਲ ਰਿਸਕ ਆ, ਇਹਦਾ ਮਤਲਬ ਆ ਜਿਹੜੀਆਂ ਸਾਡੀਆਂ ਭਾਵਨਾਵਾਂ ਵਾਲੀ ਦੁਨੀਆ ਵਾ ਉਹ ਬੜੀ ਉਦ ਖੁਲਦ ਹੋਈ ਵੀ ਆ, ਉਹ ਬੜੀ ਉਹਦਾ ਖਿਲਾਰਾ ਬਹੁਤ ਖਿਲ ਰਿਹਾ ਵਾ। ਐਂਡ ਇਸ ਕਰਕੇ ਸਾਨੂੰ ਜਿਹੜੀ ਰਿਸਕ ਟੇਕਿੰਗ ਉਹ ਸਾਡੇ ਲਈ ਨੈਗੇਟਿਵਲੀ ਇੰਪੈਕਟ ਕਰਦੀ ਹੈ, ਸਾਡੀ ਲਾਈਫ ਉਹਦੇ ਨਾਲ ਜ਼ਿਆਦਾ ਡਿਸਟਰਕਟਿਵ ਬਣਦੀ ਆ। ਸੋ ਹਮੇਸ਼ਾ ਆਪਣੇ ਆਪ ਨੂੰ ਪੁੱਛੋ ਵੀ ਜਿਹੜਾ ਵੀ ਰਿਸਕ ਮੈਂ ਲੈ ਰਿਹਾ, ਇਹਦੇ ਵਿੱਚੋਂ ਇੱਕ ਮੇਰੀ ਭਾਵਨਾਵਾਂ ਡਰਾਈਵ ਕਰ ਰਹੀ ਹੈ ਜਾਂ ਇਹਦੇ ਵਿੱਚੋਂ ਮੇਰਾ ਇੱਕ ਰੈਸ਼ਨਲ ਦਿਮਾਗ ਡਰਾਈਵ ਕਰ ਰਿਹਾ ਵਾ। ਪਲਵਿੰਦਰ ਕੌਰ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ। ਥੈਂਕ ਯੂ। ਪਲਵਿੰਦਰ ਕੌਰ ਗਿੱਲ ਮਨੋਵਿਗਿਆਨਕ ਕਾਉਂਸਲਰ ਹਨ, ਜਿਹੜੇ ਗੱਲਬਾਤ ਕਰ ਰਹੇ ਸੀ ਰਿਸਕ ਬਾਰੇ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.